कौन कहता है भज जाऊं? हाँ, इसको टिक करो। द शीप। साफ साफ। हाँ जी देवेंद्र सर। हेलो। हाँ जी, हाँ जी। हाँ जी सर। हाँ जी सर, गुड मॉर्निंग जी। करो स्लाइड शेयर करके दे लो प्लीज। एक मिनट सर, आवाज मैनू घट हो रही है। ਤੁਸੀਂ ਬੋਲੋ, ਤੁਹਾਡੀ ਆਵਾਜ਼ ਦੇਖਣੀ ਬਸ। ये तो फुल है। हेलो। हाँ जी, हाँ जी देवेंद्र सर, आप बोलो ਤੁਸੀਂ प्लीज। हेलो। हाँ जी, हाँ जी, आ रही आवाज। वो दूसरे ही लेके नहीं हेडफोन, जो दूसरे वाले। हेलो। हाँ जी, हाँ जी, आ रही है जी, ਮੈਨੂੰ ਆ ਰਹੀ ਹੈ ਤੁਹਾਡੀ ਆਵਾਜ਼। अच्छा नहीं सर, एक मिनट मैं चेक कर रहा, मेरा ना मैनू नहीं सुन रहा सीगा। अच्छा अच्छा जी। मैं एक मिनट बस चेंज करदा हेडफोन। हेलो। हाँ जी, हाँ जी। हाँ जी सर, हुण ठीक है जी। ठीक है सर, ठीक है जी। हेडफोन की प्रॉब्लम सी थोड़ा। हो सकता। मेरी आवाज आ रही है सर? बिल्कुल सर, बिल्कुल आ रही। सर एक बार ਆਪਾਂ ਟੈਸਟ ਕਰ ਲਈਏ ਥੋੜਾ ਜਿਹਾ। थ्योरी है, टोटल थ्योरी है ना? हाँ जी। नहीं सर, प्रैक्टिकल पहले थोड़ा जिहा मैं प्रेजेंटेशन हैगी 2 स्लाइड वो शो करके उस तो बाद चो फिर ठीक है जी, हाँ। ठीक है, ठीक है। एक मिनट पहले जरा कर दूं। अच्छा, तो मैं एंटर करा दा ना? एक मिनट जस्ट सर, बस एक 2 मिनट वेट करना। डिवाइस मैं करा दा। साफ सर। टेबल रख अपना फोटो ले। हो रही है जी, हो रही है। ठीक है सर, ठीक है।
हाँ जी देविंदर सर, शुरू कर लो प्लीज। ठीक है सर जी। गुड मॉर्निंग टू ऑल। मैं दविंदर सिंह, इलेक्ट्रीशियन इंस्ट्रक्टर, गवर्नमेंट ITI ਫਰੀਦਕੋਟ। ਜਿਸ ਤਰ੍ਹਾਂ ਅਸੀਂ ਆਨਲਾਈਨ ਸਟੱਡੀ ਕਰ ਰਹੇ ਹੈਗੇ ਆ, ਇਸ ਤੋਂ ਪਹਿਲਾਂ ਅਸੀਂ ਥਿਊਰੀ ਦੇ ਜਿਹੜੇ ਲੈਕਚਰ ਲਗਾਏ ਸੀਗੇ, ਉਸੇ ਤਰ੍ਹਾਂ ਅਸੀਂ ਅੱਜ ਪ੍ਰੈਕਟੀਕਲ ਕਰਨ ਜਾ ਰਹੇ ਹਾਂ ਇਲੈਕਟ੍ਰੀਕਲ ਦਾ। ਉਹਦੇ ਵਿੱਚ ਇਲੈਕਟ੍ਰੀਸ਼ੀਅਨ NSQF ਸਿਲੇਬਸ ਦੇ ਵਿੱਚ ਜਿਹੜਾ ਵੀਕ ਨੰਬਰ 44 ਹੈਗਾ, ਉਹਦੇ ਵਿੱਚ ਅਪਲਾਈਂਸਿਸ, ਇਲੈਕਟ੍ਰੀਕਲ ਅਪਲਾਈਂਸਿਸ ਦੀ ਸਟੱਡੀ ਹੈਗੀ ਹੈ ਸਾਡੇ। ਔਰ ਪ੍ਰੈਕਟੀਕਲ ਦੇ ਅੰਦਰ ਜਿਹੜੇ ਅਸੀਂ ਅਪਲਾਈਂਸਿਸ ਪੜ੍ਹਦੇ ਹਾਂ ਔਰ ਉਹ ਪ੍ਰੈਕਟੀਕਲ ਦੇ ਅੰਦਰ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਰਿਪੇਅਰ ਕਰਨੀ ਆ, ਕਿਸ ਤਰ੍ਹਾਂ ਵਰਕ ਕਰਦੇ ਹੈਗੇ ਆ ਉਹ, ਤੇ ਉਹਦੇ ਬਾਰੇ ਅਸੀਂ ਵੀਕ ਹੈਗਾ। ਤੇ ਅੱਜ ਅਸੀਂ ਉਸ ਇਲੈਕਟ੍ਰੀਕਲ ਡੋਮੈਸਟਿਕ ਅਪਲਾਈਂਸਿਸ ਦੇ ਵਿੱਚ JMG ਯਾਨੀ ਕਿ ਜੂਸਰ, ਮਿਕਸਰ, ਗ੍ਰਾਈਂਡਰ, ਬੜਾ ਹੀ ਸਾਡਾ ਕਾਮਨ ਜਿਹਾ ਇਲੈਕਟ੍ਰੀਕਲ ਜਿਹੜਾ ਅਪਲਾਈਂਸਿਸ ਹੈਗਾ, ਹਰ ਘਰ ਦੀ ਵਰਤੋਂ ਵਿੱਚ ਹੈਗਾ। ਔਰ ਇਲੈਕਟ੍ਰੀਸ਼ੀਅਨ ਫੀਲਡ ਦੇ ਅੰਦਰ ਜਿਹੜੇ ਸਾਡੇ ਸਕਿਲਡ ਵਰਕਰ ਨੇ, ਬੱਚੇ ਜਿਹੜੇ ਟ੍ਰੇਨੀ ਨੇ, ਉਹਨਾਂ ਦੇ ਲਈ ਜਿਸ ਤਰ੍ਹਾਂ ਕਾਫੀ ਲਾਈਨਾਂ ਨੇ ਸਵੈ ਰੁਜ਼ਗਾਰ ਦੀਆਂ ਇਸ ਫੀਲਡ ਦੇ ਅੰਦਰ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ। ਜਿਸ ਤਰ੍ਹਾਂ ਉਹਨਾਂ ਨੇ ਇਲੈਕਟ੍ਰੀਸ਼ੀਅਨ ਟ੍ਰੇਡ ਕਰਨ ਉਪਰੰਤ ਕੋਈ ਇੰਡਸਟਰੀ 'ਚ ਜਾਂਦਾ ਹੈ, ਕੋਈ ਗਵਰਨਮੈਂਟ ਜੌਬ ਦੇ ਵਿੱਚ, ਔਰ ਉਹਦੇ ਵਿੱਚ ਅਲੱਗ-ਅਲੱਗ ਲਾਈਨ ਫਿਰ ਸਾਡੇ ਕੋਲ ਸਵੈ ਰੁਜ਼ਗਾਰ ਦੇ ਵਿੱਚ ਵੀ ਆ ਜਾਂਦੀਆਂ ਨੇ। ਜਿਸ ਤਰ੍ਹਾਂ ਵਾਇਰਿੰਗ ਹੋ ਗਈ, ਵਾਇਰਿੰਗ ਦਾ ਸਿਸਟਮ ਅਸੀਂ ਕਰਦੇ ਹਾਂ, ਔਰ ਉਸੇ ਤਰ੍ਹਾਂ ਵਾਈਂਡਿੰਗ ਦਾ, ਜਿਹੜੀਆਂ ਸਿੰਗਲ ਫੇਜ਼ 3 ਫੇਜ਼ ਮੋਟਰ ਵਾਈਂਡਿੰਗ ਲਈ ਆ ਜਾਂਦੀਆਂ ਨੇ, ਔਰ ਟਰਾਂਸਫਾਰਮਰ, ਜਿਸ ਤਰ੍ਹਾਂ ਅਸੀਂ ਸਟੈਪਲਾਈਜ਼ਰ ਨੇ ਔਰ ਇਨਵਰਟਰਸ ਨੇ, ਹਰ ਘਰ ਦੀ ਲੋੜ ਹੈਗੀ ਆ, ਔਰ ਉਹ ਵੀ ਇੱਕ ਲਾਈਨ ਸਾਡੀ ਆ ਜਾਂਦੀ ਆ ਖੁਦ ਕੰਮ ਕਰਨ ਦੀ। ਔਰ ਉਹਦੇ ਨਾਲ ਨਾਲ ਜਿਹੜੇ ਹੋਮ ਅਪਲਾਈਂਸਿਸ ਨੇ ਇਲੈਕਟ੍ਰੀਕਲ ਦੇ, ਕਿਉਂਕਿ ਅਸੀਂ ਬਿਲਕੁਲ ਇਲੈਕਟ੍ਰੀਸਿਟੀ ਦੇ ਉੱਪਰ ਡਿਪੈਂਡ ਹੋ ਚੁੱਕੇ ਹਾਂ। ਸਾਡਾ ਹਰ ਵਰਕ ਜਿਹੜਾ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਇਲੈਕਟ੍ਰੀਕਲ ਦਾ, ਜਿਹੜੀ ਬਿਜਲੀ ਦਾ, ਉਹਦਾ ਉਪਯੋਗ ਹਰ ਇੱਕ ਜਗ੍ਹਾ ਹੋ ਰਿਹਾ। ਚਾਹੇ ਉਹ ਹਵਾ ਲੈਣ ਲਈ ਅਸੀਂ ਪੱਖੇ ਯੂਜ਼ ਕਰੀਏ, ਕੂਲਰ ਯੂਜ਼ ਕਰੀਏ, ਔਰ ਟੇਬਲ ਫੈਨ, ਫਰਾਟਾ ਫੈਨ, ਯਾਨੀ ਕਿ ਇਸ ਤੋਂ ਇਲਾਵਾ ਜੇ ਕਿਚਨ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਦੁੱਧ ਰਿੜਕਣ ਵਾਸਤੇ ਵੀ ਜਿਹੜੀਆਂ ਹੈਗੀਆਂ ਨੇ ਉਹ ਵੀ ਮਧਾਨੀਆਂ ਇਲੈਕਟ੍ਰਿਕ ਹੋ ਗਈਆਂ ਹੈਗੀਆਂ। ਔਰ ਮਿਕਸਰ, ਗ੍ਰਾਈਂਡਰ, ਇਹ ਵੀ ਸਾਡੇ ਜਿਹੜਾ ਇਲੈਕਟ੍ਰੀਕਲ ਫੀਲਡ ਹੈ ਉਹਦੇ ਵਿੱਚ ਇਹ ਅਪਲਾਈਂਸਿਸ ਆ ਗਈਆਂ। ਤੇ ਇੱਕ ਬਹੁਤ ਵਧੀਆ ਸਾਡੇ ਸਟੂਡੈਂਟ ਲਈ ਜਿਹੜਾ ਇੱਕ ਫੀਲਡ ਹੈਗਾ ਇੱਕ ਆਪਣਾ ਕੰਮ ਕਰਨ ਦੇ ਲਈ, ਕਿ ਸਾਨੂੰ ਇਹਨਾਂ ਅਪਲਾਈਂਸਿਸ ਦੀ ਵਰਕ ਕਰਨਾ, ਜਿਹੜਾ ਇਹਦੀ ਰਿਪੇਅਰ ਕਰਨੀ ਆਉਣੀ ਚਾਹੀਦੀ ਹੈ, ਤਾਂ ਕਿ ਬੱਚਾ ਇੱਕ ITI ਤੋਂ ਬਾਅਦ ਉਹ ਆਪਣਾ ਕੰਮ ਆਪ ਖੁਦ ਚਲਾ ਸਕੇ। ਕਿਉਂਕਿ ਸਾਡੇ ਜਿਹੜਾ ਇਲੈਕਟ੍ਰੀਕਲ ਫੀਲਡ ਹੈ ਉਹਦੇ ਵਿੱਚ ਬਹੁਤਾ ਖਰਚਾ ਨਹੀਂ ਹੈਗਾ, ਬਹੁਤ ਥੋੜ੍ਹੇ ਜਿਹੇ ਸਾਡੇ ਜਿਹੜੇ ਟੂਲਸ ਨੇ, ਮੋਸਟਲੀ ਸਾਡੇ ਘਰਾਂ ਦੇ ਵਿੱਚ ਹੀ ਜਿਹੜੇ ਟੂਲਸ ਨੇ ਬਹੁਤੇ ਹੁੰਦੇ ਨੇ, ਤੇ ਅਸੀਂ ਬੜੇ ਥੋੜ੍ਹੀ ਜਿਹੀ ਇਨਵੈਸਟਮੈਂਟ ਦੇ ਨਾਲ ਇਲੈਕਟ੍ਰੀਸ਼ੀਅਨ ਜਿਹੜਾ ਹੈਗਾ ਉਹ ਆਪਣਾ ਕੰਮ ਸਟਾਰਟ ਕਰ ਸਕਦਾ। ਸੋ ਅਸੀਂ ਅੱਜ ਦੇ ਵੀਕ ਦੇ ਵਿੱਚ ਜੂਸਰ, ਮਿਕਸਰ, ਗ੍ਰਾਈਂਡਰ ਜਿਹੜਾ ਅਸੀਂ ਪ੍ਰੈਕਟੀਕਲ ਕਰਾਂਗੇ। ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਇਹਦੇ ਬਾਰੇ ਜਿਹੜੇ ਇਹਦੇ ਪਾਰਟਸ ਨੇ ਥੋੜ੍ਹਾ ਜਾਣਕਾਰੀ ਲੈ ਲਈਏ, ਫਿਰ ਅਸੀਂ ਇਸ ਦੀ ਪ੍ਰੈਕਟੀਕਲ ਕਰਾਂਗੇ। ਜਿਵੇਂ ਕਿ ਇਸ ਦੇ ਵਿੱਚ ਜਿਹੜੀ ਮੇਨ ਮੋਟਰ ਯੂਜ਼ ਕੀਤੀ ਜਾਂਦੀ ਹੈ ਯੂਨੀਵਰਸਲ ਮੋਟਰ ਹੈਗੀ ਹੈ, ਔਰ ਇਹਦੇ ਜਿਹੜਾ ਸੁਭਾਅ ਹੈਗਾ, ਕਰੈਕਟਰਿਸਟਿਕਸ ਨੇ, ਉਹ DC ਸੀਰੀਜ਼ ਮੋਟਰ ਦੀ ਤਰ੍ਹਾਂ ਹੈਗੀਆਂ। 2 ਪੋਲ ਦੀ ਮੋਟਰ ਹੈ, ਫੀਲਡ ਪੋਲ ਹੈਗਾ, ਆਰਮੇਚਰ ਹੈ, ਔਰ ਆਰਮੇਚਰ ਦੀ ਵਾਈਂਡਿੰਗ ਕੀਤੀ ਹੋਈ ਹੈ, ਕਮੂਟੇਟਰ ਹੈ, ਔਰ ਫਰੰਟ ਔਰ ਐਂਡ ਕਵਰ ਹੈਗੇ ਆ। ਉਸ ਤੋਂ ਨੈਕਸਟ ਜਿਹੜਾ ਮੇਨ ਪਾਰਟ ਹੈਗਾ, ਰੋਟੇਟਿੰਗ ਪਾਰਟ, ਆਰਮੇਚਰ ਹੈਗਾ। तो आर्मेचर के पार्ट्स है। तो ज़्यादा टाइम ना लेंदे आप ਜਿਹੜੇ ਪਾਰਟਸ ਦੱਸੇ ਆ, ਇਸ ਤੋਂ ਨੈਕਸਟ ਆਪਾਂ ਜਸਟ ਪ੍ਰੈਕਟੀਕਲ ਕਰਾਂਗੇ ਇਹਨੂੰ ਖੋਲ ਕੇ ਸਾਰਾ ਮਿਕਸਰ ਨੂੰ। जी जिस तरह पहले मैं गल की है इसके नाम तो ही JMG यानी कि जूसर, मिक्सर, ग्राइंडर,
ਉਹਦੇ ਵਿੱਚ ਜਿਹੜਾ ਇਹਦਾ ਇਹ ਮੇਨ ਪਾਰਟ ਹੈਗਾ, ਕਿਉਂਕਿ ਉਹਦੇ ਨਾਂ ਤੋਂ ਹੀ ਆਪਾਂ ਅਪਲਾਈਂਸਿਸ ਦੇ ਨਾਂ ਰੱਖਦੇ ਉਹਦੇ ਵਰਕਿੰਗ ਤੋਂ, ਮੇਨ ਕੰਪਲੀਟ JMG। ਔਰ ਜਿਹੜਾ ਇਹਦਾ ਉੱਪਰ ਪਾਰਟ ਹੈ, ਉੱਪਰ ਵਾਲਾ ਪਾਰਟ ਹੈਗਾ, ਇਹ ਜੂਸਰ ਲਈ ਆ ਜਾਂਦਾ ਹੈਗਾ, ਜੂਸ ਲਈ। ਉਸ ਤੋਂ ਨੈਕਸਟ ਇਸ ਦੇ ਨਾਲ ਜਿਹੜੇ ਮਿਲਦੇ ਹੈਗੇ ਆ ਮਿਕਸਚਰ ਔਰ ਗ੍ਰਾਈਂਡਰ। ਤੋਂ ਤਿੰਨਾਂ ਤੋਂ ਮਿਲ ਕੇ ਇਹਦਾ ਨਾਮ ਬਣਿਆ ਹੋਇਆ ਜੂਸਰ, ਮਿਕਸਰ, ਗ੍ਰਾਈਂਡਰ। ਤੇ ਅਸੀਂ ਜਿਹੜਾ ਇਹਦੀ ਟੈਸਟਿੰਗ ਕਰਨੀ ਹੈ ਕਿ ਇਹ ਵਰਕ ਕਰ ਰਿਹਾ ਜਾਂ ਨਹੀਂ, ਤਾਂ ਮੈਂ ਇਹਦੀ ਟੈਸਟਿੰਗ ਸਟਾਰਟ ਕਰਦਾ ਹੈਗਾ। ਇਸ ਤੋਂ ਪਹਿਲਾਂ ਇਹਦੇ ਅੰਦਰ ਮੋਟਰ ਦੇ ਬਾਰੇ ਦੱਸ ਦੇਵਾਂ ਤੁਹਾਨੂੰ ਕਿ ਮੋਟਰ ਕਿਸ ਤਰ੍ਹਾਂ ਦੀ ਹੁੰਦੀ ਹੈ, ਕਨੈਕਸ਼ਨ ਕਿਸ ਤਰ੍ਹਾਂ ਦੇ ਹੁੰਦੇ ਆ। ਉਸ ਤੋਂ ਬਾਅਦ ਇਸ ਨੂੰ ਆਪਾਂ ਖੋਲ ਕੇ ਇਹਦੀ ਰਿਪੇਅਰ ਕਰਾਂਗੇ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਹੈਗਾ, यूनिवर्सल मोटर है। आर्मेचर, ये साडे कोल फील्ड वाइंडिंग आ गया। ਇਹਦੇ ਵਿੱਚ फील्ड वाइंडिंग तो करंट जाएगा आर्मेचर के थ्रू दूसरी फील्ड तो जाएगा। तो जिस तरह एंटर किया, जिस साइड साउथ पोल, दूसरी साइड नॉर्थ पोल बनेगा। तो ये उपर ही असी एक अलग तो वाइंडिंग करते हैं जी ये स्पीड वास्ते होंगी है। जिस तरह ये सानू एको स्पीड मिलेगी इस वक्त, ये मेन हो गया, दूसरी साइड सीरीज मोटर की तरह सानू एक स्पीड मिलेगी। ये उपर ही एक असी एक्सट्रा वाइंडिंग करते हैं जी स्पीड वास्ते होंगी है। ਉਹਦੇ ਵਿੱਚ ਸਪੋਜ਼ ਅਸੀਂ ਇਸ ਨੂੰ ਮੇਨ ਮੰਨਿਆ, ਇੱਥੇ ਸਾਡੇ ਕੋਲ ਹਾਈ ਸਪੀਡ ਮਿਲੇਗੀ। ਔਰ ਇਸੇ ਤੋਂ ਹੀ ਇਹਦੇ ਉੱਪਰ ਜਿਹੜੀ ਵਾਈਂਡਿੰਗ ਕੀਤੀ ਹੋਈ ਹੈ, ਉਸੇ ਵਾਈਂਡਿੰਗ ਤੋਂ ਹੀ ਅਸੀਂ, ਕਿਉਂਕਿ ਸੇਮ ਕਰੰਟ ਫਲੋ ਕਰੇਗਾ, ਤਾਂ ਜਿਹੜੀ ਇਹਦੀ ਐਕਸਟਰਾ ਵਾਈਂਡਿੰਗ ਅਸੀਂ ਕੀਤੀ ਹੈ ਸਪੀਡ ਵਾਸਤੇ, ਉਹਦੇ ਚੋਂ ਸਾਨੂੰ ਮੀਡੀਅਮ ਸਪੀਡ ਮਿਲੇਗੀ। ਔਰ ਇਸੇ ਤੋਂ ਹੀ ਅਸੀਂ ਕ੍ਰਾਸ ਦੂਸਰੀ ਸਾਈਡ ਆਪੋजिट ਲੈ ਕੇ ਜਾਂਦੇ ਹਾਂ। इधर जी वाइंडिंग की है, तो जी इतों मिलेगी वो सानू लो मिलेगी। तीन स्पीड मिल जाती है सानू, मेन, हाई, मीडियम ते लो। क्योंकि फ्लक्स के इनवर्सली प्रोपोर्शनल है जी स्पीड है। तो जिस टाइम इसदियां जिहड़ियां मेन फील्ड वाइंडिंग है, वो मेन फील्ड वाइंडिंग तो सानू हाई स्पीड मिलती है। और जिवें जिवें असीं ऐड करते हैं वो अंदर टर्न ऐड करते एक साइड, तो सानू मीडियम स्पीड मिलती है। और दूसरी साइड की कोयल ऐड कर देंगे हैं तो सानू की है लो स्पीड मिलती है। इस तरह सानू तीन स्पीड ये मोटर तो मिलदियां हैगियां। तो हुण आपां इहदी टैसटिंग बारे करते हैं। जिस तरह साडे कोल इसनूं असीं चला के देखते हैं पहला। ये वर्क नहीं कर रहा, बिल्कुल नहीं वर्क कर रहा। लैंप को हटा दिए क्योंकि लाइट ज्यादा है, बिल्कुल नहीं वर्क कर रहा। तो इनू सब तो पहला असी जी टैसटिंग करनी हैगी आ, वो यदि मेन वायर तो स्टार्ट करना असी टैसट करना कि कई बार की होंदा है कि ये प्लग के अंदर वायर डिसकनैक्ट हो जाती है प्लग के अंदर। तो कई बार असी बिल्कुल स्टार्टिंग तो सारा खोलने की बजाय स्टार्ट असी जितों सप्लाई देनी है उतो चैक करना है कि सप्लाई इनू अंदर जा रही है। ठीक है, तो सब तो पहला असी इसनों प्लग नू चैक करांगे। पिन सॉकेट है जिहड़ा, जिस तरह असी देख रहे हैं दोनों वायर
ਲੱਗੀਆਂ ਹੋਈਆਂ ਮਜ਼ਬੂਤ ਹੈ। ਠੀਕ ਹੈ, ਇਹ ਸਾਡਾ ਕਲੀਅਰ ਹੋ ਗਿਆ ਕਿ ਇਹਦਾ ਜਿਹੜਾ ਸਪਲਾਈ ਦਾ ਪੁਆਇੰਟ ਹੈਗਾ ਉਹ ਸਹੀ ਵਰਕ ਕਰ ਰਿਹਾ ਹੈਗਾ। ਇਸ ਤੋਂ ਨੈਕਸਟ ਸਟੈਪ ਜਿਹੜਾ ਹੈਗਾ ਅਸੀਂ ਵਾਇਰ ਨੂੰ ਚੈੱਕ ਕਰਨਾ, ਕਿਉਂਕਿ ਫਲੈਕਸੀਬਲ ਵਾਇਰ ਹੈ, ਜਿਸ ਤਰ੍ਹਾਂ ਅਸੀਂ ਮੂਵ ਕਰਦੇ ਹੈਗੇ ਆ, ਬਾਰ-ਬਾਰ ਅਸੀਂ ਰੱਖਦੇ ਆ ਕਿਸੇ ਜਗ੍ਹਾ ਤੇ, ਤਾਂ ਇਹਦੇ ਅੰਦਰ ਜਿਹੜਾ ਕੰਡਕਟਰ, ਚਾਹੇ ਸਾਨੂੰ ਉੱਪਰ ਇਨਸੂਲੇਸ਼ਨ ਵਧੀਆ ਨਜ਼ਰ ਆ ਰਹੀ ਹੈ, ਲੇਕਿਨ ਇਹਦੇ ਅੰਦਰ ਕੰਡਕਟਰ ਜਿਹੜਾ ਉਹ ਕਈ ਵਾਰ ਡਿਸਕਨੈਕਟ ਹੋ ਸਕਦਾ, ਟੁੱਟ ਸਕਦਾ ਹੈਗਾ, ਤਾਂ ਉਹਦੀ ਪ੍ਰੋਪਰ ਕੰਟੀਨਿਊਟੀ ਨਹੀਂ ਬਣਦੀ। ਤਾਂ ਅਸੀਂ ਸੈਕਿੰਡ ਜਿਹੜਾ ਹੈਗਾ ਉਹ ਅਸੀਂ ਇਸ ਕੇਬਲ ਨੂੰ ਚੈੱਕ ਕਰਾਂਗੇ ਕਿ ਇਹ ਕੇਬਲ ਕੰਮ ਕਰ ਰਹੀ ਹੈ। ਤਾਂ ਉਸ ਤੋਂ ਪਹਿਲਾਂ ਆਪਾਂ ਇਹਨੂੰ ਜਿਹੜਾ ਅਪਰ ਪਾਰਟ ਹੈ, ਉੱਪਰ ਵਾਲਾ ਭਾਗ, ਉਹਨੂੰ ਹਟਾ ਦਿੰਦੇ ਆ। ਤਾਂ ਸਾਡੇ ਕੋਲ ਜਿਹੜਾ ਟੈਸਟਿੰਗ ਲਈ ਹੈਗਾ ਉਹ ਸਾਡੇ ਕੋਲ ਮੋਟਰ ਇਸ ਵਕਤ ਹੈਗੀ ਆ। ਇਹਦੇ ਲਈ ਮੈਂ ਪਹਿਲੇ ਖੋਲ ਕੇ ਰੱਖਿਆ ਹੈਗਾ ਇਸ ਨੂੰ, ਤਾਂ ਕਿ ਸਮੇਂ ਦੀ ਬਚਤ ਹੋ ਜਾਵੇ। ਤਾਂ ਸਾਡੇ ਕੋਲ ਜਿਹੜੀ ਵਾਇਰ ਆ ਰਹੀ ਹੈ ਸਪਲਾਈ ਦੀ, ਉਸ ਦੇ ਅੰਦਰ ਦੋ ਪੁਆਇੰਟ ਹੈਗੇ, ਇੱਕ ਸਵਿਚ ਦੇ ਉੱਪਰ ਲੱਗਿਆ ਹੋਇਆ ਔਰ ਦੂਸਰਾ ਮੋਟਰ ਦੇ ਉੱਪਰ ਹੈਗਾ। ਤਾਂ ਇਹਨੂੰ ਅਸੀਂ ਖੋਲ ਕੇ ਚੈੱਕ ਕਰਾਂਗੇ ਤਾਂ ਕਿ ਸਪਲਾਈ ਦਾ ਪਤਾ ਚੱਲ ਸਕੇ। ਇਸ ਤਰ੍ਹਾਂ ਸਾਡੇ ਕੋਲ ਸਪਲਾਈ ਵਾਇਰ ਹੈਗੀ ਹੈ। ਸੀਰੀਜ਼ ਲੈਂਪ ਦੀ ਹੈਲਪ ਦੇ ਨਾਲ ਆਪਾਂ ਕੇਬਲ ਨੂੰ ਚੈੱਕ ਕਰ ਰਹੇ ਹਾਂ, ਜਿਹੜੀ ਇਹਦੀ ਸਪਲਾਈ ਦੀ ਕੇਬਲ ਹੈ। ਠੀਕ ਹੈ, ਇੱਕ ਵਾਇਰ ਸਾਨੂੰ ਸਹੀ ਮਿਲ ਰਹੀ ਹੈ, ਨਾਲ ਹੀ ਦੂਸਰੀ ਨੂੰ ਚੈੱਕ ਕਰਨਾ। ਕਈ ਵਾਰ ਇੰਟਰਨਲ ਜਿਹੜੀਆਂ ਵਾਇਰ ਜੁੜੀਆਂ ਹੁੰਦੀਆਂ ਨੇ, ਇਹ ਚਲੋ ਵਾਇਰ ਸੈਪਰੇਟ ਹੈ, ਸਾਡੇ ਕੋਲ ਕੇਬਲ ਜਿਹੜੀ ਹੈ ਉਹ ਡਬਲ ਇਨਸੂਲੇਸ਼ਨ ਹੁੰਦੀ ਹੈ, ਅੰਦਰੋਂ ਕਈ ਵਾਰ ਜੁੜ ਜਾਂਦੀਆਂ ਨੇ। ਤਾਂ ਇਸ ਤਰ੍ਹਾਂ ਸਾਨੂੰ ਦੋਨੋਂ ਵਾਇਰ ਜਿਹੜੀਆਂ ਹੈਗੀਆਂ ਉਹ ਸਹੀ ਹੈਗੀਆਂ ਨੇ। ਇਹ ਹੋ ਗਿਆ। ਇਸ ਤੋਂ ਨੈਕਸਟ ਹੁਣ ਸਿਰਫ ਸਾਡੇ ਕੋਲ ਸਵਿਚ ਰਹਿ ਗਿਆ, ਔਰ ਸਵਿਚ ਤੋਂ ਬਾਅਦ ਜਿਹੜੀ ਹੈਗੀ ਆ ਮੋਟਰ ਰਹਿ ਗਈ ਹੈ। ਲਾਸਟ ਤੇ ਅਸੀਂ ਮੋਟਰ ਨੂੰ ਦੇਖਣਾ ਹੈਗਾ। ਜਿਸ ਤਰ੍ਹਾਂ ਅਸੀਂ ਸਵਿਚ ਨੂੰ ਚੈੱਕ ਕਰਦੇ ਹਾਂ, ਪਹਿਲਾ ਸਵਿਚ ਔਨ ਕੀਤਾ, ਯਾਨੀ ਕਿ ਸਵਿਚ ਦਾ ਪੁਆਇੰਟ ਕੰਮ ਕਰ ਰਿਹਾ। ਠੀਕ ਹੈ, ਠੀਕ ਹੈ। ਤਾਂ ਇਸ ਤੋਂ ਸਾਨੂੰ ਕੀ ਹੈ, ਸਵਿਚ ਵੀ ਸਾਡਾ ਪ੍ਰੋਪਰ ਕੰਮ ਕਰ ਰਿਹਾ ਹੈਗਾ। ਤਾਂ ਸਾਡੇ ਕੋਲ ਜਿਹੜਾ ਲਾਸਟ ਬਚਦਾ ਹੈਗਾ ਉਹ ਮੋਟਰ ਹੈਗੀ ਆ। ਮੋਟਰ ਦੇ ਉੱਪਰ ਡੀਸੋਲਡਰਿੰਗ ਕਰਨ ਦੇ ਲਈ ਮੈਂ ਸੋਲਡਰਿੰਗ ਆਇਰਨ ਪਹਿਲਾਂ ਚਲਾਤਾ। ਤਾਂ ਪਹਿਲਾਂ ਇਹਨੂੰ ਮੋਟਰ ਦਾ ਜਿਹੜਾ ਕਪਲਰ ਹੈ ਉਸ ਨੂੰ ਖੋਲਣਾ ਪੈਣਾ ਮੋਟਰ ਨੂੰ ਬਾਹਰ ਨਿਕਾਲਣ ਵਾਸਤੇ, ਕਿਉਂਕਿ ਅਲੱਗ ਤੋਂ ਉੱਪਰ ਆ ਜਾਏਗਾ। ਤਾਂ ਇਹਨੂੰ ਖੋਲਣ ਲਈ ਜਿਹੜੇ ਇਹਦਾ ਕਪਲਰ ਹੈ ਤਾਂ ਉਹਦੇ ਵਿੱਚ ਅਲੱਗ ਤੋਂ ਸਪੈਸ਼ਲ ਬਣਾਇਆ ਹੈਗਾ ਖੋਲਣ ਲਈ। ਸਿੰਪਲ ਜਾਂ ਸਪੈਨਰ ਨਾਲ ਜਾਂ ਸਕਰੂ ਡਰਾਈਵਰ ਨਾਲ ਨਹੀਂ ਖੁੱਲ ਸਕਦਾ। ਇਹਨੂੰ ਖੋਲਣ ਟਾਈਮ ਇੱਕ ਚੀਜ਼ ਦਾ ਜਿਹੜਾ ਮੇਨ ਧਿਆਨ ਰੱਖਣਾ ਹੈਗਾ ਕਿ ਜਿਸ ਸਾਈਡ ਇਹਦੀ ਰੋਟੇਸ਼ਨ ਹੈ ਘੁੰਮਣ ਦੀ, ਜਿਹੜੀ ਇਹਦੀ ਵਰਕਿੰਗ ਹੈ ਚੱਲਣ ਟਾਈਮ, ਇਹ ਕਲੌਕਵਾਈਜ਼ ਚੱਲ ਰਹੀ ਹੈ ਜਾਂ ਐਂਟੀ ਕਲੌਕਵਾਈਜ਼, ਜਿਸ ਤਰ੍ਹਾਂ ਇਹਦਾ ਨਜ਼ਰ ਆ ਰਿਹਾ ਇਸ ਤਰ੍ਹਾਂ ਸਾਈਡ ਤੋਂ ਕਿ ਕਲੌਕਵਾਈਜ਼ ਘੁੰਮਦੀ ਹੈ। ਠੀਕ ਹੈ, ਜਿਹੜੀ ਸਾਈਡ ਪੂਰੀ
ਨਜ਼ਰ ਆ ਰਿਹਾ ਤਾਂ ਇਹ ਕਲੌਕਵਾਈਜ਼ ਰੋਟੇਸ਼ਨ ਆ, ਤਾਂ ਅਸੀਂ ਖੋਲਣ ਟਾਈਮ ਵੀ ਇਹਨੂੰ ਕਲੌਕਵਾਈਜ਼ ਹੀ ਖੋਲਣਾ ਹੈਗਾ। ਇਹ ਚੀਜ਼ ਧਿਆਨ ਰੱਖਣੀ ਹੈ ਜਦੋਂ ਵੀ ਅਸੀਂ ਖੋਲਦੇ ਹਾਂ, ਨਹੀਂ ਅਦਰਵਾਈਜ਼ ਅਸੀਂ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਹੋਰ ਜ਼ਿਆਦਾ ਟਾਈਟ ਹੋ ਰਹੇਗਾ ਨਟ। ਇਹ ਅਲੱਗ ਹੋ ਗਿਆ ਜਿਹੜਾ ਮੇਨ ਮੋਟਰ ਔਰ ਜੂਸਰ ਨੂੰ ਔਰ ਕੱਪ ਨੂੰ ਜਿਹੜਾ ਜੋੜਦਾ ਹੈਗਾ। ਇਸ ਤੋਂ ਬਾਅਦ ਅਸੀਂ ਮੋਟਰ ਨੂੰ ਅਲੱਗ ਕਰਦੇ ਹਾਂ, ਲੂਜ਼ ਕਰ ਲੈਂਦੇ ਹਾਂ ਔਰ ਮੋਟਰ ਦੇ ਜਿਹੜੇ ਲੀਡਸ ਹੈਗੀਆਂ ਨੇ ਉਹਨੂੰ ਪਹਿਲੇ ਡਿਸਕਨੈਕਟ ਕਰ ਲਾਂਗੇ। ਸੋਲਡਿੰਗ ਆਇਰਨ ਤਾਂ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਵਾਇਰ ਉਹ ਜਿਸ ਤਰ੍ਹਾਂ ਇੱਥੇ ਅਸੀਂ ਇਹਨੂੰ ਇੱਕ ਨਿਸ਼ਾਨੀ ਰੱਖੀ ਹੋਈ ਹੈ, ਇਹ ਮੇਨ ਵਾਇਰ ਹੈ। ਮੇਨ ਵਾਇਰ ਹੈ ਜਿਹੜੀ ਅਸੀਂ ਸਪਲਾਈ ਨਾਲ ਕਨੈਕਟ ਕੀਤੀ ਹੈ, ਕਿਉਂਕਿ ਇਹਦੇ ਵਿੱਚ ਦੋ ਕਲਰ ਨਜ਼ਰ ਆ ਰਿਹਾ ਤੁਹਾਨੂੰ। ਜਿਹੜਾ ਰੈੱਡ ਕਲਰ ਹੈ ਇਹ ਮੇਨ ਨੇ ਔਰ ਜਿਹੜੀਆਂ ਗ੍ਰੀਨ ਕਲਰ ਨੇ ਇਹਦੀਆਂ ਸਪੀਡ ਵਾਲੀਆਂ ਨੇ। ਜਿਸ ਤਰ੍ਹਾਂ ਮੈਂ ਇੱਥੇ ਤੁਹਾਨੂੰ ਸਾਹਮਣੇ ਅਲੱਗ ਤੋਂ ਦਿਖਾਇਆ ਸੀਗਾ ਕਿ ਅਸੀਂ ਦੋਨੋਂ ਸਾਈਡ ਅਲੱਗ ਤੋਂ ਜਿਹੜੀ ਸਪੀਡ ਵਾਸਤੇ ਜਿਹੜੀਆਂ ਟਰਨ ਪਾਉਣੇ ਹੈਗੇ। ਤਾਂ ਜਿਹੜੀਆਂ ਕਾਮਨ ਜੀਆਂ ਸਾਡੇ ਕੋਲ JMC ਜਾਂ ਇਕੱਲੇ ਮਿਕਸਰ ਨੇ ਮਿਕਸੀ ਕਹਿ ਦਿੰਦੇ ਹਾਂ ਅਸੀਂ, ਉਹਨਾਂ ਦੇ ਵਿੱਚ ਜਿਹੜੀ ਫੀਲਡ ਵਾਈਂਡਿੰਗ ਹੈ ਜਿਹੜੀਆਂ ਕਾਮਨ ਯੂਜ਼ ਕੀਤੀਆਂ ਜਾਂਦੀਆਂ ਇਹਨਾਂ ਦੇ ਸਾਈਜ਼ ਅਲੱਗ-ਅਲੱਗ ਆ ਜਾਂਦੇ ਨੇ। ਜਿਸ ਤਰ੍ਹਾਂ ਸਟੇਟਰ ਔਰ ਆਰਮੇਚਰ ਦੇ ਸਾਈਜ਼ ਦੇ ਹਿਸਾਬ ਨਾਲ ਪੌਣੇ ਇੰਚੀ, ਸਵਾ ਇੰਚੀ, 1.5 ਇੰਚੀ ਇਸ ਤਰ੍ਹਾਂ ਮੋਟਰ ਦਾ ਸਾਈਜ਼ ਆ ਜਾਂਦਾ ਅੰਦਰ ਸਟੇਟਰ ਔਰ ਆਰਮੇਚਰ ਦਾ। ਉਹਦੇ ਅਕੋਰਡਿੰਗ ਹੀ ਇਹਦਾ ਜਿਹੜਾ ਸਾਈਜ਼ ਦੇ ਹਿਸਾਬ ਨਾਲ ਆਪਾਂ ਜਿਹੜੀ ਹਲਕੀ ਔਰ ਵਧੀਆ ਕੁਆਲਿਟੀ ਦੀ ਜਿਹੜੀ ਮੋਟਰ ਇਹਦੀ ਆ ਜਾਂਦੀ ਹੈਗੀ ਹੈ। ਉਹਦੇ ਉੱਪਰ ਜਿਹੜੀ ਕਾਮਨ ਜਿਹੀ ਸਾਡੇ ਕੋਲ ਸਵਾ ਇੰਚੀ ਜਿਹੜੀ ਮੋਟਰ ਜ਼ਿਆਦਾਤਰ ਯੂਜ਼ ਕੀਤੀ ਜਾਂਦੀ ਹੈ, ਉਹਦੇ ਵਿੱਚ ਅਸੀਂ ਫੀਲਡ ਵਾਈਂਡਿੰਗ ਦੇ ਵਿੱਚ 29 ਨੰਬਰ ਵਾਇਰ ਜਿਹੜੀ SWG ਹੈ ਉਹ ਉਹਦੀਆਂ 300 ਟਰਨ ਅਸੀਂ ਮੇਨ ਲਈ ਯੂਜ਼ ਕਰਦੇ ਹਾਂ ਔਰ 100 ਟਰਨ ਅਸੀਂ ਦੋਨੋਂ ਸਾਈਡ ਜਿਹੜੀਆਂ ਉਹਦੀਆਂ ਸਪੀਡ ਵਾਸਤੇ ਕਰਦੇ ਹਾਂ। ਤੇ ਜਿਹੜੀ ਇਹ ਗ੍ਰੀਨ ਕਲਰ ਦੀ ਨਜ਼ਰ ਆ ਰਹੀ ਹੈ ਉਹ ਸਪੀਡ ਵਾਸਤੇ ਹੈ, ਸਪੀਡ ਲਈ ਹੈ। ਤਾਂ ਅਸੀਂ ਸਪੀਡ ਨੂੰ ਸਪਲਾਈ ਨਹੀਂ ਦੇਣੀ, ਅਸੀਂ ਮੇਨ ਤੋਂ ਵਾਇਰ ਦੇਣੀ ਹੈ, ਸਪੀਡ ਨੂੰ ਅਸੀਂ ਐਡ ਕਰਨਾ ਹੈਗਾ। ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਜਿਸ ਟਾਈਮ ਅਸੀਂ ਇਹਨੂੰ ਡਿਸਕਨੈਕਟ ਵੀ ਕਰਨਾ ਔਰ ਇਹਨੂੰ ਜਦੋਂ ਕਨੈਕਟ ਕਰਨਾ ਹੈਗਾ। ਇਹ ਚੀਜ਼ ਦਾ ਧਿਆਨ ਰੱਖਣਾ ਕਿ ਵਾਇਰ ਸਾਡੀਆਂ ਅਲੱਗ ਨਾ ਹੋ ਜਾਣ। तो मोटर डिस्कनेक्ट हो गए साढ़े। ये साढ़े कोल मोटर आ गया, ठीक है, और इसकी असी टेस्टिंग करांगे। इसके अंदर दोनों फील्ड वाइंडिंग आ गई ने और आर्मेचर हैगा। इसमें आप खोल के देखते
पहले असी कार्बन इसके हटा दिते। तो उसके जो मेन पार्ट आ गया साढ़े को रोटेटिंग पार्ट हैगा वो आर्मेचर। आर्मेचर जिवें तुहानूं दस्सिया सी कि आर्मेचर और फील्ड वाइंडिंग जिहड़ी फील्ड वाइंडिंग है इसके साइज ते ही मोटर का नाम लिया जाता, जिस तरह पौने इंची, 1.25 इंची, 1.5 इंची, ठीक है। जो कमर्शियल वर्क लिए किए जाते हैं 1.5 तो 2 इंची, 2.5 इंची, जिस तरह ये आर्मेचर है कमर्शियल वर्क वास्ते उत्थे ज़्यादा वर्क की लोड़ पैंदी है जो। तो इस आर्मेचर जी कोर जी कि सिलिकॉन स्टील दीयां पत्तियां ने उन्होंने लैमीनेशन यानी कि लैमीनेट किया एक दूसरे तो ताकि एडी करंट जोड़े लॉसिज है सिलिकॉन स्टील असी यूज़ की है ताकि हिस्टैरिसिस लॉसिज साढ़े मिनीमम हो जान। और इन्हों असी पीस के रूप यानी कि शीट के अलग अलग शीट असी यूज़ की ने, लैमीनेटेड शीट ने एक दूसरे तो लैमीनेटेड ने, ताकि एक शीट के अंदर जोड़ा एडी करंट लॉसिज है वो दूसरे तो पूरा ना हो। असी सॉलिड पीस की जगह पर शीट यूज़ करते हैं, ठीक है। और इनू असी बिल्कुल खत्म नहीं कर सकते, मिनीमाइज जरूर कर सकते हैं, मिनीमाइज करते हैं। और ये अंदर स्लॉट आ गए, ये स्लॉट ने, और स्लॉट के अंदर वाइंडिंग की हुई है आर्मेचर वाइंडिंग। तो ये जिस तरह 24 स्लॉट का हैगा, 24 स्लॉट का ये जे असी काउंटिंग करिए 1 2 3 4 5 6 7 8 9 10 11 तो 12 स्लॉट आर्मेचर के ने, और जो 24 स्लॉट 24 सैगमेंट ने वो कमूटेटर के जोड़ा कमूटेटर है 24। तो इट मीनस कि ये डबल वाइंडिंग की होंगी है, डबल वाइंडिंग। और जोड़े जोड़े हल्के काम लिए असी जिस तरह कोई टॉयज के या हल्के काम लिए यूज़ करते हैं उत्थे जिथे ज़्यादा टॉर्क की या ज़्यादा लोड की नहीं लोड पैंती तो उन्होंने सेम होंगे है, जिन्ने स्लॉट आर्मेचर के ने उन्ने स्लॉट सैगमेंट के ने, तो एक कोयल वो पैंदा ये डबल है। और जिस तरह ड्रिलिंग मशीन हैगी है या कटर ने उन्होंने सानू ज़्यादा टॉर्क की स्टार्टिंग टॉर्क और ज़्यादा लोड की जरूरत पैंदी हैगी है। उन्होंने जगह के उपर जोड़े है 3 गुणा जोड़ा आर्मेचर का जोड़ा कमूटेटर है वो जी काउंटिंग जी गिनती है ज़्यादा होगी है। तो इस जोड़े स्लॉट है स्लॉट के अंदर वाइंडिंग आ गई, और वाइंडिंग के जोड़े स्टार्ट और एंड हैगे आ वो कमूटेटर के उपर आ जाते। कमूटेटर कॉपर का पीस होंगे ने, सैगमेंट सैगमेंट मीनस जोड़े टुकड़ा सैगमेंट, ठीक है। और ये हर एक सैगमेंट जोड़ा है आपस में सैपरेट है माइका द्वारा आपस में भी, और शाफ्ट के शाफ्ट तो भी वो सैपरेट किया होया ताकि जोड़ा है शॉर्ट सर्किट ना हो। तो ये अलग अलग टाइप है सॉरी। कुछ असी वायर नू कनैक्ट डायरैक्ट कर देंगे, वो इंसुलेशन लैमीनेटेड असी जी एनामल्ड कॉपर वायर यूज़ करते हैं अंदर वो इंसुलेशन उतार के असी डायरैक्ट कनैक्ट कर देंगे हैं। कुछ के उपर असी पंच करते हैं जिस तरह ये वाला आर्मेचर है ये जोड़े कनैक्शनस आते हैं उन्होंने असी ये उपर पंच कर देंगे हैं कनैक्ट करने वास्ते। और कुछ के असी सोल्डरिंग के प्रोविजन भी होंगी है, सोल्डरिंग कर देंगे हैं। तो ये उपर दूसरा आ गया फैन, क्योंकि वाइंडिंग हैगी है हाई स्टार्टिंग टॉर्क है, करंट जो ये फ्लो करता तो हीट गर्म होंगी है वाइंडिंग भी और आर्मेचर भी, और दोनों ठंडा रखने के लिए जी हैगी आ फैन की वरतों करते हैं, फैन इनू कूलिंग वास्ते है। इस तो नैक्सट जी है फील्ड वाइंडिंग है।
ਜਿਹੜੀ ਫੀਲਡ ਵਾਈਂਡਿੰਗ ਹੈਗੀ ਹੈ ਉਹਦੇ ਵਿੱਚ ਫੀਲਡ ਕੋਰ ਹੈ, ਇਹ ਵੀ ਸਿਲੀਕॉन ਸਟੀਲ ਦੀਆਂ, ਜਿਸ ਤਰ੍ਹਾਂ ਆਰਮੇਚਰ ਦੀ ਕੋਰ ਸੀ, ਸਿਲੀਕॉन ਸਟੀਲ ਦੀਆਂ ਜਿਹੜੀਆਂ ਪੱਤੀਆਂ ਨੇ ਉਹਨਾਂ ਨੂੰ ਸਟੈਂਪਿੰਗ ਕੀਤੀ ਹੋਈ ਹੈ, ਲੈਮੀਨੇਟ ਕੀਤਾ ਹੋਇਆ ਇੱਕ ਦੂਸਰੇ ਤੋਂ। ਔਰ ਫੀਲਡ ਵਾਈਂਡਿੰਗ ਹੈਗੀ, ਇਹਦੇ ਵਿੱਚ 2 ਕੋਇਲ ਆ, 2 ਪੋਲ ਦੀ ਮੋਟਰ ਹੈਗੀ ਹੈ, ਇਹ 2 ਪੋਲ ਦੀ ਹੈ। ਪੋਲ ਸ਼ੂਜ਼ ਨੇ ਔਰ ਉਹਨਾਂ ਦਾ ਜਿਹੜਾ ਅੱਗੇ ਵਾਲੀ ਸਾਈਡ ਤੋਂ ਉਹਦਾ ਜਿਹੜਾ ਏਰੀਆ ਇਨਕਰੀਜ਼ ਕੀਤਾ ਹੁੰਦਾ ਤਾਂ ਕਿ ਜਿਹੜੀ ਰਿਲੈਕਟੈਂਸ ਉਹ ਘੱਟ ਤੋਂ ਘੱਟ ਰਵੇ, ਮੈਗਨੈਟਿਕ ਰਿਲੈਕਟੈਂਸ ਮਿਨੀਮਾਈਜ਼ ਰਵੇ ਆਰਮੇਚਰ ਔਰ ਇਹਦਾ ਜਦੋਂ ਕੰਟੈਕਟ ਬਣਨਾ ਫੀਲਡ ਦਾ। ਔਰ ਇਹ ਵੀ ਕਾਪਰ ਵਾਈਂਡ ਅਸੀਂ ਕਰਦੇ ਹੈਗੇ, ਕਾਪਰ ਇਨੈਮਲਡ ਵਾਇਰ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਜਿਹੜੀਆਂ ਕਾਮਨ ਜਿਹੀਆਂ ਅਸੀਂ ਯੂਜ਼ ਕਰਦੇ ਹੈਗੇ ਆ, ਉਹਨਾਂ ਦੇ ਵਿੱਚ 29 ਨੰਬਰ 29 ਨੰਬਰ ਜਿਹੜੀ ਸਟੈਂਡਰਡ ਵਾਇਰ ਗੇਜ ਹੈਗੀ ਆ ਉਹ ਅਸੀਂ ਯੂਜ਼ ਕਰਦੇ ਹਾਂ ਮੇਨ ਫੀਲਡ ਲਈ। ਔਰ ਦੋਨੋਂ ਮੇਨ ਜਿਸ ਤਰ੍ਹਾਂ ਹੈਗੀਆਂ, ਔਰ ਇਹਦੇ ਉੱਪਰ ਹੀ ਅਸੀਂ ਜਿਹੜੀ ਟੈਪਿੰਗ ਕੱਢਦੇ ਹੈਗੇ ਫੀਲਡ ਵਾਈਂਡਿੰਗ ਸਪੀਡ ਵਾਸਤੇ, ਉਹਦੇ ਅੰਦਰ ਅਸੀਂ 100 ਨੰਬਰਸ ਦੀਆਂ ਜਿਹੜੀਆਂ ਟਰਨ ਹੈਗੀਆਂ ਉਹ ਅਲੱਗ ਤੋਂ ਸਪੀਡ ਵਾਸਤੇ ਕਰਦੇ ਹੈਗੇ ਆ। ਉਸੇ ਤਰ੍ਹਾਂ ਇਹਦੇ ਵਿੱਚ ਕਵਰ ਆ ਗਿਆ, ਫਰੰਟ ਕਵਰ ਇਹਦੇ ਵਿੱਚ ਐਲੂਮੀਨੀਅਮ ਦਾ ਹੈਗਾ। ਔਰ ਖੋਲਣ ਟਾਈਮ ਔਰ ਉਹਨੂੰ ਫਿਕਸ ਕਰਨ ਟਾਈਮ ਬੜੇ ਆਰਾਮ ਨਾਲ ਕਰਨਾ, ਕਿਉਂਕਿ ਬਹੁਤ ਨਾਜ਼ੁਕ ਆ ਜਾਂਦਾ ਇਹ ਵਾਲਾ, ਐਲੂਮੀਨੀਅਮ ਦਾ ਹੈਗਾ। ਇਹਦੇ ਅੰਦਰ ਬੁਸ਼ ਹੈਗਾ ਜਿਹਦੇ ਅੰਦਰ ਸ਼ਾਫਟ ਨੇ, ਸ਼ਾਫਟ ਅਸੀਂ ਘੁਮਾਉਂਦੇ ਹਾਂ ਇਸ ਦੇ ਥਰੂ, ਠੀਕ ਹੈ। ਔਰ ਇਹਨੂੰ ਸਮੇਂ-ਸਮੇਂ ਤੇ ਜਿਹੜਾ ਹੈਗਾ ਵੋਵਲਰ ਦੁਆਰਾ ਇਹਨੂੰ ਲੁਬਰੀਕੈਂਟ ਕਰਨਾ ਜ਼ਰੂਰੀ ਹੋ ਜਾਂਦਾ ਤਾਂ ਕਿ ਸਮੂਥ ਚੱਲਦਾ ਰਹੇ। ਅਦਰਵਾਈਜ਼ ਇਹਦੇ ਉੱਪਰ ਜਿਹੜਾ ਕੱਟ ਲੱਗ ਜਾਏਗਾ, ਕੱਟ ਲੱਗਣ ਦੇ ਕਾਰਨ ਜਿਹੜਾ ਹੈਗਾ ਕਿ ਬੁਸ਼ ਔਰ ਸ਼ਾਫਟ ਕੱਟ ਜਾਣਗੇ ਔਰ ਜਿਹੜਾ ਹੈਗਾ ਮਿਕਸੀ ਜਾਮ ਹੋਏਗੀ ਔਰ ਮੋਟਰ ਜਿਹੜੀ ਹੈ ਜ਼ਿਆਦਾ ਲੋਡ ਦੇ ਕਾਰਨ ਮੋਟਰ ਸੜਨ ਦਾ ਕਾਰਨ ਹੋ ਸਕਦਾ ਹੈਗਾ। ਸੋ ਅਸੀਂ ਇਹਦੀ ਅਸੈਂਬਲਿੰਗ ਇਸੇ ਤਰੀਕੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਇਹਦੇ ਹਟਾਇਆ ਹੁੰਦਾ ਕਾਰਬਨ, ਉਸ ਤੋਂ ਬਾਅਦ ਫੀਲਡ ਵਾਈਂਡਿੰਗ ਆ ਜਾਏਗੀ। ਪਹਿਲੇ ਫੀਲਡ ਵਾਈਂਡਿੰਗ ਦੇ ਜਿਹੜੇ ਕਨੈਕਸ਼ਨਸ ਨੇ, ਵਾਇਰ ਦੇ ਕਨੈਕਸ਼ਨਸ ਨੇ, ਉਹ ਅਸੀਂ ਨੀਚੇ ਵਾਲੀ ਸਾਈਡ ਰੱਖਦੇ ਹਾਂ, ਜਿਹੜੀ ਸਾਈਡ ਆਰਮੇਚਰ ਦਾ ਕਮੂਟੇਟਰ ਹੈਗਾ। ਅਲੱਗ ਤੋਂ ਮੋਟਰ ਤੇ ਮੈਂ ਤੁਹਾਨੂੰ ਸਮਝਾ ਰਿਹਾ ਸੀਗਾ ਤਾਂ ਕਿ ਟਾਈਮ ਦੀ ਬਚਤ ਹੋਵੇ। ਇਹਦੇ ਅੰਦਰ ਫਾਈਬਰ ਦੀਆਂ ਵਾਸ਼ਲਸ ਨੇ ਜਿਹੜੀਆਂ ਅਸੀਂ ਲਗਾਉਂਦੇ ਹਾਂ। ਇਹਦੀ ਪਲੇ ਅਸੀਂ ਘੱਟ ਤੋਂ ਘੱਟ ਪਲੇ ਰੱਖਣੀ ਹੈਗੀ ਆ ਤਾਂ ਕਿ ਸਮੂਥ ਚੱਲ ਸਕੇ, ਕਿਉਂਕਿ ਜੇ ਪਲੇ ਜ਼ਿਆਦਾ ਹੋਏਗੀ ਤਾਂ ਉੱਪਰ ਨੀਚੇ ਜਾਏਗਾ ਤਾਂ ਉਹਦੇ ਨਾਲ ਕੀ ਹੈ, ਜਿਹੜੇ ਕਪਲਿੰਗ ਜਿਹੜੀ ਅਸੀਂ ਲਗਾਉਂਦੇ ਹਾਂ ਕੱਪ ਔਰ ਮੋਟਰ ਦੀ, ਉਹ ਕੀ ਹੈ ਕੱਟ ਲੱਗ ਜਾਂਦਾ ਜੇ ਪ੍ਰੋਪਰ ਫਿਕਸ ਨਹੀਂ ਬੈਠਦੀਆਂ। ਤਾਂ ਉਹਦਾ ਜਿਹੜੇ ਸੈਟਿੰਗ ਆ ਉਹ ਅਸੀਂ ਵਾਸ਼ਲ ਦੇ ਦੁਆਰਾ ਕਰਨੀ ਹੈਗੀ ਹੈ, ਪ੍ਰੋਪਰ ਜਿਹੜੀ ਫਿੱਟ ਬੈਠ ਜਾਵੇ। ਉਹ ਇਹ ਅਲੱਗ ਤੋਂ ਮੋਟਰ ਸੀਗੀ ਜਿਹੜੀ ਮੈਂ ਤੁਹਾਨੂੰ ਇਹਦੇ ਪਾਰਟਸ ਦਿਖਾਏ ਸੀਗੇ ਤਾਂ ਕਿ ਟਾਈਮ ਦੀ ਆਪਣੀ ਸੇਵ ਹੋ ਜਾਏ, ਬਚਤ ਹੋ ਜਾਏ। ਤਾਂ ਜਦੋਂ ਅਸੀਂ ਬ੍ਰਸ਼ਿਸ ਨੂੰ ਮੋਬਿਲਾਈਜ਼ ਦੇਣਾ ਹੈਗਾ, ਬ੍ਰਸ਼ਿਸ ਨੂੰ ਬੁਸ਼ ਨੂੰ ਸੌਰੀ, ਉਸ ਟਾਈਮ ਜਿਹੜਾ ਧਿਆਨ ਰੱਖਣਾ ਹੈਗਾ ਉਹ ਮੈਂ ਅਲੱਗ ਤੋਂ ਤੁਹਾਨੂੰ ਬੁਸ਼ ਤੇ ਲੁਬਰੀਕੈਂਟ ਕਰਕੇ ਦਿਖਾ ਦਿੰਦਾ। ਇਹ ਸਾਡੇ ਕੋਲ ਬੁਸ਼ ਆ ਜਾਂਦੇ ਨੇ, ਠੀਕ ਹੈ। ਪਰ ਇਹਨੂੰ ਜਦੋਂ ਅਸੀਂ ਚੈੱਕ ਕਰਨਾ ਹੈਗਾ ਉਸ ਟਾਈਮ ਕੀ ਹੈ, ਇੱਕ ਸਾਈਡ ਤੋਂ ਅਸੀਂ ਅੰਗੂਠੇ ਦੇ ਨਾਲ ਦਬਾ ਲੈਣਾ ਔਰ ਉੱਪਰ ਤੋਂ ਅਸੀਂ ਪੂਰਾ ਇਹਨੂੰ ਦਬਾਉਣਾ ਹੈਗਾ, ਪ੍ਰੈਸ ਕਰਨਾ।
ਪ੍ਰੈਸ ਕਰਨਾ ਹੈਗਾ ਤਾਂ ਤੁਸੀਂ ਦੇਖੋਗੇ ਕਿ ਇਸ ਦੇ ਸ਼ਾਇਦ ਨਜ਼ਰ ਆ ਰਿਹਾ ਹੋਣਾ ਕਿ ਬਾਹਰਲੀ ਸਾਈਡ ਪੂਰਾ ਜਿਹੜਾ ਮੁਗਲ ਹੈ ਉਹ ਬਾਹਰਲੀ ਸਾਈਡ ਆ ਗਿਆ ਹੈਗਾ। ਤਾਂ ਇਹ ਜ਼ਰੂਰੀ ਹੈ, ਅਗਰ ਇਹ ਬਾਹਰ ਨਹੀਂ ਆਉਂਦਾ ਇਟ ਮੀਨਸ ਇਹਦੇ ਅੰਦਰੋਂ ਜਿਹੜੇ ਹਲਕੇ ਜਿਹੜੇ ਹੈਗੇ ਆ ਸੁਰਾਖ ਨੇ, ਮੁਸਾਮ ਨੇ, ਜਿਸ ਤਰ੍ਹਾਂ ਕਿ ਉਹ ਬੰਦ ਹੋ ਗਏ ਆ, ਤਾਂ ਫਿਰ ਇਹ ਕੰਮ ਨਹੀਂ ਕਰੇਗਾ ਪ੍ਰੋਪਰ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਆਪਾਂ ਨਵਾਂ ਮਟਕਾ ਲੈ ਕੇ ਆਉਂਦੇ ਹਾਂ, ਘੜਾ ਲੈ ਕੇ ਆਉਂਦੇ ਹੈਗੇ, ਪਾਣੀ ਪਾਉਂਦੇ ਆ, ਕੋਰਾ ਘੜਾ ਵੀ ਕਹਿ ਦਿੰਦੇ ਸਾਡੇ ਇੱਧਰ ਲੈਂਗੁਏਜ ਦੇ ਵਿੱਚ। ਤਾਂ ਉਹਦੇ ਵਿੱਚ ਕੀ ਹੈਗਾ, ਜਦੋਂ ਅਸੀਂ ਪਾਣੀ ਪਾਉਂਦੇ ਆ ਤਾਂ ਜਿਹੜੇ ਸੁਰਾਖ ਨੇ, ਮੁਸਾਮ ਨੇ, ਉਹਨਾਂ ਦੇ ਰਾਹੀਂ ਪਾਣੀ ਬਾਹਰ ਵੈਪੋਰੇਟ ਹੁੰਦਾ। ਤਾਂ ਉਹ ਵੈਪੋਰੇਸ਼ਨ ਦੇ ਨਾਲ ਕੀ ਹੈ, ਘੜਾ ਗਰਮ ਨਹੀਂ ਹੁੰਦਾ ਪਰ ਅੰਦਰ ਪਾਣੀ ਠੰਡਾ ਰਹਿ ਜਾਂਦਾ। ਸੇਮ ਉਸੇ ਤਰ੍ਹਾਂ ਇਹਦੇ ਅੰਦਰ ਹਲਕੇ ਹਲਕੇ ਮੁਸਾਮ ਨੇ, ਸੁਰਾਖ ਨੇ, ਤਾਂ ਉਹਨਾਂ ਦੇ ਰਾਹੀਂ ਕੀ ਹੈ, ਜਿਹੜਾ ਆਇਲ ਆ ਉਹ ਬਾਹਰਲੀ ਸਾਈਡ ਆਉਂਦਾ। ਤਾਂ ਬਾਹਰਲੀ ਸਾਈਡ ਜਿਹੜੇ ਇਹਦੇ ਅਸੀਂ ਦੁਆਲੇ ਕਾਟਨ ਹੈਗੀ ਆ, ਨਿਓਨ ਦਾ ਕਹਿ ਦਿੰਦੇ, ਉਹ ਲਗਾਇਆ ਹੁੰਦਾ, ਉਹਦੇ ਅੰਦਰ ਅਸੀਂ ਆਇਲ ਫਿਲ ਕਰਦੇ ਹਾਂ। ਤਾਂ ਜਦੋਂ ਇਹ ਗਰਮ ਹੁੰਦਾ, ਜਦੋਂ ਸ਼ਾਫਟ ਘੁੰਮਦੀ ਹੈ, ਗਰਮ ਹੁੰਦਾ, ਤਾਂ ਉਹਦੇ ਰਾਹੀਂ ਜਿਹੜਾ ਹੋਰ ਜਿਹੜੇ ਸੁਰਾਖ ਉਹਨਾਂ ਰਾਹੀਂ ਅੰਦਰ ਜਿਹੜੀ ਲੁਬਰੀਕੇਸ਼ਨ ਹੁੰਦੀ ਰਹਿੰਦੀ ਆ। ਤਾਂ ਜੇ ਇਹ ਅਸੀਂ ਜ਼ਿਆਦਾ ਸਮਾਂ ਇਹਨੂੰ ਖਾਲੀ ਚਲਾਉਂਦੇ ਰਹਿੰਦੇ ਆ, ਜੇ ਸੁੱਕ ਜਾਂਦਾ ਹੈਗਾ ਤਾਂ ਫਿਰ ਉਸ ਤੋਂ ਬਾਅਦ ਚੁੱਕਿਆ ਬੁਸ਼ ਕੱਟਣਾ ਸ਼ੁਰੂ ਕਰ ਦਿੰਦਾ ਔਰ ਅੰਦਰੋਂ ਬਿਲਕੁਲ ਉਹਨੂੰ ਪਲੇਨ ਕਰ ਦਿੰਦਾ ਤੇ ਪ੍ਰੋਪਰ ਵਰਕ ਨਹੀਂ ਕਰਦਾ ਹੈਗਾ। ਇਹ ਚੀਜ਼ ਅਸੀਂ ਜ਼ਰੂਰ ਕਰਨੀ ਹੈ ਕਿ ਇਹਦੇ ਆਇਲਿੰਗ ਕਰਦੇ ਸਮੇਂ ਧਿਆਨ ਰੱਖਣਾ ਹੈਗਾ। ਇਸ ਦੇ ਵਿੱਚ ਆਪਾਂ ਇਹਦੀ ਮੇਨ ਮੋਟਰ ਨੂੰ ਮੈਂ ਤੁਹਾਨੂੰ ਟੈਸਟ ਕਰਾ ਕੇ ਦਿਖਾ ਦਿੰਦਾ ਅਲੱਗ-ਅਲੱਗ, ਕਿਉਂਕਿ ਸਮਾਂ ਬਚਾਉਣ ਦੇ ਲਈ ਆਪਾਂ ਦੂਸਰੀ ਮੋਟਰ ਤੇ ਇਹਦੇ ਪਾਰਟਸ ਚੈੱਕ ਕੀਤੇ ਸੀਗੇ ਸਾਰੇ। ਇਹਦੇ ਵਿੱਚ ਜਿਵੇਂ ਤੁਸੀਂ ਦੇਖੋਗੇ ਕਿ ਰੈੱਡ ਵਾਇਰ ਜਿਹੜੀ ਆਪਾਂ ਇਹਨੂੰ ਨਿਸ਼ਾਨੀ ਰੱਖੀ ਹੋਈ ਹੈ, ਮੇਨ ਵਾਇਰ ਆ, ਔਰ ਇਹ ਦੂਸਰਾ ਪੁਆਇੰਟ ਆ ਗਿਆ ਇਸਦਾ। ਇਸੇ ਸਾਈਡ ਹੀ ਦੋਨੋਂ ਜਿਹੜੀਆਂ ਗ੍ਰੀਨ ਨੇ ਉਹ ਆਪਾਂ ਜਿਹੜੀ ਐਡੀਸ਼ਨਲ ਵਾਈਂਡਿੰਗ ਕੀਤੀ ਹੈ ਇਹਦੀ ਸਪੀਡ ਵਾਸਤੇ, ਉਹ ਹੈਗੀ ਆ। ਇਸੇ ਤਰ੍ਹਾਂ ਦੂਸਰੀ ਸਾਈਡ ਵੀ ਦੋਨੋਂ ਮੇਨ ਦੀਆਂ ਇਹ ਵਾਲੇ ਪੁਆਇੰਟ ਤੇ ਔਰ ਫੀਲਡ ਦੇ। ਇਹਦੇ ਵਿੱਚ ਇੱਕ ਵਾਇਰ ਅਸੀਂ ਮੇਨ ਰੱਖ ਲੈਂਦੇ ਹਾਂ, ਠੀਕ ਹੈ, ਔਰ ਜਿਹੜੀ ਦੂਸਰੀ ਵਾਇਰ ਹੈਗੀ ਆ ਉਹਨੂੰ ਅਸੀਂ ਜਿਹੜਾ ਸਾਡੇ ਕੋਲ ਕਾਰਬਨ ਬ੍ਰਸ਼ ਹੈਗੇ ਆ ਉਹਦੇ ਉੱਪਰ ਅਸੀਂ ਲਗਾ ਦਿੰਦੇ ਹੈਗੇ ਆ। ਇਹਨੂੰ ਥੋੜਾ ਸੋਲਡਰਿੰਗ ਕਰਨਾ ਪੈਣਾ। ਤਾਂ ਇਹ ਸਾਡੇ ਕੋਲ ਤਿੰਨੋਂ ਸਪੀਡ ਨੇ, ਮੇਨ ਆ ਗਿਆ, ਉਸ ਤੋਂ ਬਾਅਦ ਇਹ ਫੁੱਲ ਸਪੀਡ ਹੈ, ਮੀਡੀਅਮ ਹੈ, ਔਰ ਤੀਸਰੀ ਇਹ ਵਾਲੀ ਲੋ ਸਪੀਡ ਆ ਜਾਂਦੀ ਹੈ ਲਾਸਟ ਜਿਹੜੀ ਹੈ ਜਦੋਂ ਫਿਰ ਸਪੀਡ ਵਾਲੀ ਐਡ ਹੋ ਜਾਏਗੀ। ਤਾਂ ਇਸ ਦੀ ਆਪਾਂ ਟੈਸਟਿੰਗ ਵੀ ਨਾਲ ਨਾਲ ਕਰ ਲੈਂਦੇ ਕਿ ਇਹਦੀ ਵਾਇਰ ਜਿਹੜੀ ਸੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਆਪਾਂ ਮੇਨ ਵਾਲੀ ਜਿਹੜੀ ਹੈਗੀ ਆ ਮੇਨ ਫੀਲਡ ਹੈ, ਅਸੀਂ ਸਪੀਡ ਨੂੰ ਨਹੀਂ ਮੇਨ ਬਣਾਉਣਾ। ਮੇਨ ਜਿਹੜੀ ਜ਼ਿਆਦਾ ਟਰਨ ਵਾਲੀ ਆ ਉਹਨੂੰ ਅਸੀਂ ਮਲਟੀਮੀਟਰ ਨਾਲ ਵੀ ਚੈੱਕ ਕਰ ਸਕਦੇ ਆ। ਕਈ ਵਾਰ ਇਹ ਹੁੰਦਾ ਕਿ ਕਲਰ ਹੈਗਾ, ਕਈ ਵਾਰ ਸਾਨੂੰ ਨਹੀਂ ਪਤਾ ਚੱਲਦਾ ਕਿ ਕਲਰ ਨਹੀਂ ਹੈਗਾ, ਸੇਮ ਜਿਹੜੀਆਂ ਸਲੀਵ ਬਾਰ ਕੱਢੀਆਂ ਹੋਈਆਂ ਨੇ ਲੀਡ ਹੈ, ਤਾਂ ਅਸੀਂ ਮਲਟੀਮੀਟਰ ਨਾਲ ਚੈੱਕ ਕਰ ਸਕਦੇ ਹਾਂ। ਜਿਹੜੇ ਪੇਅਰ ਦੇ ਉੱਪਰ ਜ਼ਿਆਦਾ ਰੈਜ਼ਿਸਟੈਂਸ ਮਿਲਦੀ ਹੈ ਉਹ ਸਾਡੀਆਂ ਫੀਲਡ ਵਾਈਂਡਿੰਗ ਜਿਹੜੀ ਮੇਨ ਹੈਗੀ ਹੈ, ਔਰ ਜਿਨ੍ਹਾਂ ਦੇ ਉੱਪਰ ਕਿਉਂਕਿ ਮੇਨ ਦੀਆਂ 300 ਟਰਨ ਨੇ ਔਰ ਜਿਹੜੀ ਸਪੀਡ ਵਾਸਤੇ ਉਹ 100 ਟਰਨ ਨੇ, ਤਾਂ ਨੈਚੁਰਲੀ ਜਿਹੜੀ 300 ਆ ਮੇਨ ਫੀਲਡ ਉਹਦੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ ਔਰ ਜਿਹੜੀ ਸਪੀਡ ਵਾਲੀ ਉਹਦੀ ਰੈਜ਼ਿਸਟੈਂਸ ਘੱਟ ਹੋਏਗੀ। ਤਾਂ ਅਸੀਂ ਇੱਥੋਂ ਪੇਅਰ ਦਾ ਪਤਾ ਲਾ ਸਕਦੇ ਹਾਂ ਕਿ ਮੇਨ ਆ ਔਰ ਦੂਸਰਾ ਜਿਹੜਾ ਹੈਗਾ ਸਪੀਡ ਵਾਲਾ ਹੈਗਾ। ਠੀਕ ਹੈ, ਮੋਟਰ ਰੋਟੇਟ ਹੋ ਰਹੀ ਹੈ, ਸੀਰੀਜ਼ ਦੇ ਵਿੱਚ ਚੈੱਕ ਕਰ ਰਹੇ ਹਾਂ, ਸੀਰੀਜ਼ ਚੈੱਕ ਕਰਨੀ ਹੈ ਕਿਉਂਕਿ ਇਹ ਮੋਟਰ ਸਾਡੀ ਜਿਹੜੀ ਯੂਨੀਵਰਸਲ ਮੋਟਰ ਹੈ, ਚਾਹੇ AC ਔਰ DC ਦੋਨੋਂ ਤੇ ਵਰਕ ਕਰਦੀ ਹੈ, ਲੇਕਿਨ ਜਿਹੜੇ ਇਹਦੇ
ਕਰੈਕਟਰਿਸਟਿਕਸ ਨੇ, ਇਹਦੀਆਂ ਵਿਸ਼ੇਸ਼ਤਾਵਾਂ ਨੇ, ਉਹ ਸੀਰੀਜ਼ ਮੋਟਰ ਦੀ ਤਰ੍ਹਾਂ ਨੇ। ਅਗਰ ਅਸੀਂ ਇਹਨੂੰ ਡਾਇਰੈਕਟ ਸਪਲਾਈ ਤੇ ਦੇਵਾਂਗੇ ਤਾਂ ਬੜਾ ਇਹਦਾ ਸਟਾਰਟਿੰਗ ਟਾਰਕ ਜ਼ਿਆਦਾ ਹੋਏਗਾ, ਜੰਪ ਲਏਗੀ, ਤਾਂ ਅਸੀਂ ਬਿਨਾਂ ਲੋਡ ਤੋਂ ਇਹਨੂੰ ਨਹੀਂ ਚਲਾ ਸਕਦੇ ਔਰ ਡੇਂਜਰਸ ਸਪੀਡ ਤੇ ਪਹੁੰਚ ਜਾਂਦੀ ਹੈ। तो उस करके थोड़ा बहुत ਇਹਦਾ ਲੋਡ ਜ਼ਰੂਰ ਆ ਜਾਂਦਾ। ਫੈਨ ਲੱਗਿਆ ਹੋਇਆ, ਫੈਨ ਵੀ ਲੋਡ ਦਾ ਕੰਮ ਕਰਦਾ, ਲੇਕਿਨ ਫਿਰ ਵੀ ਅਸੀਂ ਇਹਨੂੰ ਡਾਇਰੈਕਟ ਬਿਨਾਂ ਲੋਡ ਤੋਂ ਚਲਾਉਣ ਤੇ ਗਰੇਜ਼ ਕਰਨਾ ਚਾਹੀਦਾ। मीडियम स्पीड भी कम कर रही है। लास्ट लो स्पीड भी कम कर रही है। तो इस तरह ਜਿਹੜਾ ਇਹਦਾ ਪੁਆਇੰਟ ਸੀਗਾ ਕਾਰਬਨ ਤੋਂ, ਉਹ ਵਾਇਰ ਟੁੱਟਿਆ ਹੋਇਆ ਸੀਗਾ। तो ਅਸੀਂ ਇਸ ਨੂੰ ਹੁਣ ਦੁਬਾਰਾ ਫਿਟ ਕਰਦੇ ਹੈਗੇ। ਇਸ ਦੇ ਅੰਦਰ ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਹੈ ਕਿ ਜਦੋਂ ਅਸੀਂ ਇਸ ਨੂੰ ਬੋਡੀ ਦੇ ਨਾਲ ਫਿਕਸ ਕਰਦੇ ਹਾਂ ਮੋਟਰ ਨੂੰ, ਤਾਂ ਜਿਹੜੇ ਇਹਦੇ ਨਟ ਨੇ ਉਹਨਾਂ ਦੇ ਵਿੱਚ ਰਬੜ ਦਿੱਤੀ ਹੋਈ ਹੈ, ਰਬੜ ਦਿੱਤੀ ਹੋਈ ਹੈ, ਇਹ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਅਗਰ ਅਸੀਂ ਇਸ ਨੂੰ ਸਿੱਧਾ ਡਾਇਰੈਕਟ ਟਾਈਟ ਕਰ ਦਾਂਗੇ, ਕਿਉਂਕਿ ਇਹਦੀ ਜਿਹੜੀ ਕਪਲਿੰਗ ਆ ਉਹ ਬਿਲਕੁਲ ਡਾਇਰੈਕਟ ਨਹੀਂ ਜੁੜੀ ਹੁੰਦੀ, ਤਾਂ ਦੋ ਕਪਲਰ ਦੇ ਥਰੂ ਹੁੰਦੀ ਹੈ, ਤਾਂ ਉਹਦੇ ਨਾਲ ਕੀ ਹੈ, ਵਾਈਬ੍ਰੇਸ਼ਨ ਆਉਂਦੀ ਹੈ। ਵਾਈਬ੍ਰੇਸ਼ਨ ਹੋਣ ਨਾਲ ਕੀ ਹੋਏਗਾ ਕਿ ਇਹਦੀ ਜਿਹੜੀ ਬੋਡੀ ਹੈ ਉਹ ਕੀ ਹੈ, ਟੁੱਟ ਸਕਦੀ ਹੈ, ਟੁੱਟ ਜਾਏਗੀ, ਕਿਉਂਕਿ ਵਾਈਬ੍ਰੇਟ ਕਰੇਗਾ ਤਾਂ ਉਸ ਟਾਈਮ ਇਹਨੇ ਟੁੱਟ ਜਾਣਾ। ਤਾਂ ਇਹ ਕੀ ਹੈ, ਵਾਈਬ੍ਰੇਸ਼ਨ ਤੋਂ ਬਚਾਉਣ ਵਾਸਤੇ ਨਾਲ ਇਹਦੀ ਨਟ ਦੇ ਨਾਲ ਅਸੀਂ ਰਬੜ ਜਿਹੜੀ ਹੈਗੀ ਆ ਉਹ ਪਾਈ ਜਾਂਦੀ ਹੈ। ਬਿਲਕੁਲ ਉਹ ਟਾਈਟ ਨਹੀਂ ਹੋਏਗਾ, ਲੂਜ਼ ਰੱਖਿਆ ਹੋਇਆ ਤਾਂ ਕਿ ਵਾਈਬ੍ਰੇਸ਼ਨ ਤੋਂ ਬਚਾਉਣ ਵਾਸਤੇ। ਉਸ ਤੋਂ ਬਾਅਦ 'ਚ ਅਸੀਂ ਇਸ ਦੇ ਕਨੈਕਸ਼ਨ ਕਰਾਂਗੇ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ, ਆਪਾਂ ਨਿਸ਼ਾਨੀ ਰੱਖੀ ਹੋਈ ਹੈ, ਇਹ ਵਾਲੀ ਮੇਨ ਵਾਇਰ ਹੈਗੀ ਆ, ਇਹਨੂੰ ਕਨੈਕਟ ਕਰ ਦਾਂਗੇ। ਪਹਿਲਾਂ ਚੈੱਕ ਕਰ ਲੈਣਾ ਇਹਦੇ ਉੱਪਰੋਂ ਇਨਸੂਲੇਸ਼ਨ ਹਟੀ ਹੋਈ ਹੈ। ਇਸ ਤੋਂ ਬਾਅਦ ਅਸੀਂ ਇਸ ਦੇ ਜੋ ਸਵਿਚ ਦੇ ਕਨੈਕਸ਼ਨ ਹਟਾਏ ਸੀਗੇ ਉਹ ਲਗਾ ਦਿਆਂਗੇ। ਜਿਸ ਤਰ੍ਹਾਂ ਇਹ ਫਸਟ ਸਪੀਡ ਹੈਗੀ ਆ, ਫਸਟ ਵਾਲੀ ਸਾਈਡ ਤੋਂ ਫੁੱਲ ਸਪੀਡ ਹੈ, ਇਹਨੂੰ ਅਸੀਂ ਪਹਿਲੇ ਪੁਆਇੰਟ ਤੇ ਲਗਾਉਣਾ। ਉਸ ਤੋਂ ਨੈਕਸਟ ਸਾਡੇ ਹੈਗੇ ਆ ਸੈਕਿੰਡ ਆ ਮੀਡੀਅਮ ਹੈ, ਔਰ ਲਾਸਟ ਜਿਹੜੀ ਹੈਗੀ ਆ ਉਹ ਲੋ ਸਪੀਡ ਹੈਗੀ।
ਸੋ ਇਸ ਤਰ੍ਹਾਂ ਸਾਡੇ ਕਨੈਕਸ਼ਨ ਹੋ ਚੁੱਕੇ ਆ। मेन वायर में ऊपर टेप कर देते हैं। इंसुलेशन जॉइंट लूज नहीं होने चाहिए। ਉਸ ਤੋਂ ਬਾਅਦ ਚ ਅਸੀਂ ਜਿਹੜੀ ਇਹਦੀ ਸੈਟਿੰਗ ਕਰਨੀ ਹੈਗੀ ਆ, ਫਾਈਬਰ ਦੀਆਂ ਵਾਸ਼ਲਸ ਨੇ ਇਸ ਦੀਆਂ, ਜਿਹੜੀ ਇਹਦੀ ਸਾਈਜ਼ ਦੇ ਅਕੋਰਡਿੰਗ ਰੱਖਿਆ। ਇਹਦੇ ਵਿੱਚ ਇੱਕ ਜਿਹੜਾ ਮੇਨ ਨਟ ਹੈਗਾ ਜਿਹੜਾ ਇਹਨੂੰ ਉੱਪਰ ਕਪਲਿੰਗ ਨੂੰ ਟਾਈਟ ਕਰਦਾ, ਸਪੈਸ਼ਲ ਇਹ ਹੈਗਾ ਉੱਪਰ ਕੱਟ ਲੱਗਿਆ ਹੋਇਆ। ਔਰ ਕਲੌਕਵਾਈਜ਼ ਅਸੀਂ ਇਸ ਨੂੰ ਖੋਲ੍ਹਿਆ ਸੀ ਔਰ ਇਸ ਵਕਤ ਅਸੀਂ ਇਸ ਨੂੰ ਐਂਟੀ ਕਲੌਕਵਾਈਜ਼ ਇਹਨੂੰ ਟਾਈਟ ਕਰਾਂਗੇ। ਫ੍ਰੀ ਘੁੰਮ ਰਿਹਾ, ਜ਼ਰੂਰ ਚੈੱਕ ਕਰ ਲੈਣਾ ਜਿਸ ਟਾਈਮ ਅਸੀਂ ਸੈਟਿੰਗ ਕਰਦੇ ਇਹਦੀ ਕਿ ਆਰਮੇਚਰ ਸਾਡਾ ਫ੍ਰੀ ਰਵੇ। ਹੁਣ ਅਸੀਂ ਇਸ ਨੂੰ ਟੈਸਟ ਕਰਾਂਗੇ ਪਹਿਲੇ ਸੀਰੀਜ਼ ਲੈਂਪ ਨਾਲ। जिस तरह वर्क कर रही है। ਇਸ ਤੋਂ ਬਾਅਦ ਆਪਾਂ ਇਸ ਨੂੰ ਪੈਰਲਲ 'ਚ ਚਲਾ ਕੇ ਦੇਖਦੇ ਹਾਂ, ਕਿਉਂਕਿ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਮੋਟਰ ਸੀਰੀਜ਼ ਮੋਟਰ ਦੀ ਤਰ੍ਹਾਂ ਹੈਗੀ ਆ, ਵਿਦਆਊਟ ਲੋਡ ਨਹੀਂ ਚਲਾਉਣੀ ਚਾਹੀਦੀ। ਲੇਕਿਨ ਫਿਰ ਵੀ ਇਹਦੇ ਉੱਪਰ ਬਿਲਕੁਲ ਵਿਦਆਊਟ ਲੋਡ ਨਹੀਂ ਹੈ। ਇੱਕ ਇਹਦੇ ਵਿੱਚ ਆਰਮੇਚਰ ਦੇ ਉੱਪਰ ਫੈਨ ਹੈਗਾ ਜਿਹੜਾ ਲੋਡ ਦਾ ਕੰਮ ਕਰ ਰਿਹਾ, ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਸੀ ਆਰਮੇਚਰ ਇਸ ਤਰ੍ਹਾਂ ਉੱਪਰ ਫੈਨ, ਇਹ ਵੀ ਲੋਡ ਦਾ ਕੰਮ ਕਰ ਰਿਹਾ ਹੈਗਾ, ਠੀਕ ਹੈ। ਔਰ ਉੱਪਰ ਕਪਲਰ ਜੁੜ ਗਿਆ ਔਰ ਇਹ ਵੀ ਜਿਹੜਾ ਲੋਡ ਦਾ ਥੋੜਾ ਕੰਮ ਕਰ ਰਿਹਾ ਹੈਗਾ, ਤਾਂ ਇਹ ਬਿਲਕੁਲ ਵਿਦਆਊਟ ਲੋਡ ਨਹੀਂ ਹੈਗੀ। ਇਸ ਵਕਤ ਅਸੀਂ ਇਸ ਨੂੰ ਸੀਰੀਜ਼ ਤੋਂ ਬਾਅਦ ਪੈਰਲਲ 'ਚ ਚਲਾ ਕੇ ਦੇਖ ਸਕਦੇ ਹਾਂ ਡਾਇਰੈਕਟ ਸਪਲਾਈ ਦੇ ਉੱਪਰ। ਤਾਂ ਜਿਹੜੀ ਇਹ ਮੋਟਰ ਇਸ ਵਕਤ ਪੂਰਾ ਵਰਕ ਕਰ ਰਹੀ ਹੈਗੀ। ਤਾਂ ਇਸ ਦੇ ਵਿੱਚ ਇੱਕ ਚੀਜ਼ ਜਿਹੜੀ ਮੇਨ ਧਿਆਨ 'ਚ ਰੱਖਣ ਵਾਲੀ ਹੈਗੀ ਹੈ ਕਿ ਇਸ ਦੀ ਜਿਹੜੀ ਵਰਕਿੰਗ ਆ ਅਸੀਂ ਕੰਟੀਨਿਊਸਲੀ ਲਗਾਤਾਰ ਨਹੀਂ ਚਲਾਉਣਾ ਅਸੀਂ। ਤਾਂ ਜਿਸ ਤਰ੍ਹਾਂ ਅਸੀਂ ਇਹ 1 ਮਿੰਟ ਇਸ ਤੋਂ ਵਰਕ ਕਰਾਉਂਦੇ ਹਾਂ ਤਾਂ 1 ਮਿੰਟ ਦੀ ਰੈਸਟ ਦੇਣੀ ਚਾਹੀਦੀ ਹੈ, ਕਿਉਂਕਿ ਇਹਦੀ ਜਿਹੜਾ ਮੋਟਰ ਜ਼ਿਆਦਾ ਜਿਹੜੀ ਲੋਡ ਨਹੀਂ ਲੈ ਸਕਦੀ, ਹੈਵੀ ਵਰਕ ਵਾਸਤੇ ਨਹੀਂ ਹੈਗਾ। ਤਾਂ ਉਹਦੇ ਲਈ ਸਾਨੂੰ ਕੀ ਹੈ, ਇਹਨੂੰ ਰੈਸਟ ਦਵਾਉਣੀ ਪਏਗੀ। ਜਿਸ ਤਰ੍ਹਾਂ ਅਸੀਂ 1 ਮਿੰਟ 1 ਤੋਂ 2 ਮਿੰਟ ਇਹਨੂੰ ਚਲਾ ਰਹੇ ਹਾਂ, ਲਗਾਤਾਰ ਚਲਾ ਰਹੇ ਹਾਂ, ਤਾਂ ਉਸ ਤੋਂ ਬਾਅਦ 'ਚ ਇਹਨੂੰ ਆਫ ਕਰਕੇ ਫਿਰ ਇਹਨੂੰ ਅਸੀਂ ਰੈਸਟ ਦਵਾ ਕੇ, ਤਾਂ ਇਹਦਾ ਕੀ ਹੈ ਲਾਈਫ ਵੱਧ ਜਾਏਗੀ, ਲਾਈਫ ਇਨਕਰੀਜ਼ ਹੋ ਜਾਏਗੀ। ਤਾਂ ਇਸ ਤਰ੍ਹਾਂ ਛੋਟੀਆਂ ਜਿਹੜੀਆਂ ਗੱਲਾਂ ਅਸੀਂ ਧਿਆਨ 'ਚ ਰੱਖ ਕੇ ਇਹਨੂੰ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਆ ਵਰਤੋਂ 'ਚ ਲਿਆ ਸਕਦੇ ਹਾਂ। ਤੇ ਉਹਦੇ ਨਾਲ ਜਿਹੜੇ ਸਾਡੇ ਟ੍ਰੇਨਿੰਗ ਨੇ ਔਰ ਉਹ ਵੀ ਆਪਣਾ ਕੰਮ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਚਲਾ ਸਕਦੇ ਹੈਗੇ ਆ। ਇਸ ਤਰ੍ਹਾਂ ਛੋਟੇ ਵਰਕ ਕਰਕੇ ਬੜੇ ਅਪਲਾਈਐਂਸਿਸ ਹਰ ਇੱਕ ਘਰ ਦੀ ਲੋੜ ਹੈਗੀ ਆ, ਹਰ ਘਰ ਦੇ ਵਿੱਚ ਹੈਗੇ ਆ। ਔਰ ਜਦੋਂ ਇਹ ਵਰਕ ਕਰਨਗੇ ਖਰਾਬ ਵੀ ਨੈਚੁਰਲੀ ਹੋਣਗੇ, ਚਾਹੇ ਥੋੜਾ ਖਰਾਬ ਹੋਇਆ, ਚਾਹੇ ਕਾਰਬਨ ਬ੍ਰਸ਼ ਹੀ ਟੁੱਟਿਆ ਹੋਇਆ ਇਹਦਾ, ਤਾਂ ਫਿਰ ਵੀ ਇਹਦੀ ਕੀ ਆ ਇੱਕ ਇਲੈਕਟ੍ਰੀਸ਼ੀਅਨ ਦੀ ਲੋੜ ਪੈਂਦੀ ਆ ਜਿਹੜਾ ਇਹਨੂੰ ਰਿਪੇਅਰ ਕਰੇ, ਔਰ ਜਿਹੜਾ ਇੱਕ ਅੱਛਾ ਮਕੈਨਿਕ ਹੈਗਾ ਔਰ ਉਹ ਇਸ ਤੋਂ ਅੱਛੀ ਜਿਹੜੀ ਆਪਦਾ ਕਾਰੋਬਾਰ ਚਲਾ ਸਕਦਾ ਹੈ, ਆਪਣਾ ਕੰਮ ਕਰ ਸਕਦਾ ਹੈ। ਹੋਮ
तो दोबारा मैं फिर दस देवां कि इस दे अंदर जिहड़ी हैगी आ इस तरह की यूनीवर्सल मोटर हुंदी है, 2 पोल की मोटर है। तकरीबन इसके RPM जिहड़े हैगे आ वो 6 ਤੋਂ 8000 ਦੇ ਕਰੀਬ RPM ਹੋ ਜਾਂਦੇ ਆ। ਔਰ ਜਿਹੜੇ ਆਰਮੇਚਰ ਹੈਗਾ ਉਹ ਡਿਫਰੈਂਟ ਟਾਈਪ ਦੇ ਆਰਮੇਚਰ ਨੇ। ਆਰਮੇਚਰ ਦੇ ਸਾਈਜ਼ ਦੇ ਹਿਸਾਬ ਨਾਲ ਮੋਟਰ ਦਾ ਸਾਈਜ਼ ਜਿਹੜਾ ਚੇਂਜ ਹੋ ਜਾਂਦਾ ਹੈ। ਜਿਹੜੇ ਕਮਰਸ਼ੀਅਲ ਟਾਈਪ ਦੇ ਨੇ ਉਹ ਹੈਵੀ ਜਿਹੜੀਆਂ ਮਿਕਸਰ ਨੇ ਉਹ ਯੂਜ਼ ਕਰਦੇ ਆ। ਉਹਦੇ ਲਈ ਅਸੀਂ ਤੁਹਾਨੂੰ ਅਲੱਗ-ਅਲੱਗ ਆਰਮੇਚਰ ਵੀ ਦਿਖਾਏ। तो इस दे रिगार्डिंग अगर किसी भी क्वेश्चनिंग होवे तो पूछ सकते हो। ਹੈਲੋ हेलो, ਸਤਿ ਸ਼੍ਰੀ ਅਕਾਲ ਸਰ ਜੀ। सत श्री अकाल। ਸਰ ਜੀ ਜਿਹੜੀ ਇਹਦੇ ਉੱਤੇ ਮੋਟਰ ਦੇ ਉੱਤੇ ਆਪਣੀ ਆਹ ਮਿਕਸੀ ਦੇ ਉੱਤੇ ਲੱਗੀ ਹੋਈ ਆ ਗਲਾਰੀ ਸਾਹਿਬ ਨਾਲ ਉੱਤੇ, हाँ जी ਤੇ ਜਿਹੜੀ ਇਹਦੀ ਸਪੇਸ ਬਹੁਤ ਜ਼ਿਆਦਾ ਵਾ जी। ਤੇ ਵਾਸ਼ਲਾਂ ਪੈਣਗੀਆਂ ਫਾਈਬਰ ਵਾਲੀਆਂ ਕਿ ਦੂਜੀਆਂ? ਨਹੀਂ, ਇਹ ਸੈਟਿੰਗ ਤੁਹਾਡੇ ਜਿਹੜਾ ਤੁਸੀਂ ਉੱਪਰ ਇਹਦੇ ਯੂਜ਼ ਕਰ ਰਹੇ ਹੋ, ਜਿਹੜਾ ਮੱਗ ਯੂਜ਼ ਕਰ ਰਹੇ ਹੋ, ਕੱਪ ਯੂਜ਼ ਕਰ ਰਹੇ ਹੋ, ਉਹਦੇ ਹਿਸਾਬ ਨਾਲ ਚੇਂਜ ਕਰਨਾ ਪੈਣਾ। ਤੇ ਉਹਦੇ ਨਾਲ ਅਸੀਂ ਵਾਸ਼ਲ ਲਗਾ ਕੇ ਉਹਨੂੰ ਅਪ ਕਰ ਸਕਦੇ ਹਾਂ। ਜਾਂ ਇਹਦੇ ਮੈਂ ਇੱਕ ਚੀਜ਼ ਰਹਿ ਗਿਆ ਤੁਹਾਨੂੰ ਇਹਦੇ ਵਿੱਚ ਦੱਸਣ ਲਈ ਕਿ ਇਹਦੇ ਨੀਚੇ ਇੱਕ ਐਡਜਸਟਮੈਂਟ ਹੁੰਦੀ ਹੈ ਆਰਮੇਚਰ ਦੇ ਨੀਚੇ। ਮੈਂ ਇੱਕ ਵਾਰ ਤੁਹਾਨੂੰ ਦੁਬਾਰਾ ਥੋੜਾ ਜਿਹਾ ਦਿਖਾ ਦਿੰਦਾ, ਇੱਕ ਮਿੰਟ। ਜਿਸ ਤਰ੍ਹਾਂ ਇਹ ਆਰਮੇਚਰ ਆ ਤੇ ਇਹਦੇ ਨੀਚੇ ਇਸ ਤਰ੍ਹਾਂ ਹੋਲ ਨਜ਼ਰ ਆ ਰਿਹਾ, ਤਾਂ ਇਹਦੇ ਅੰਦਰ ਇੱਕ ਬਾਲ ਹੁੰਦੀ ਹੈ, ਠੀਕ ਹੈ। ਤਾਂ ਉਹਨੂੰ ਉਹਦੇ ਨੀਚੇ ਇੱਕ ਸਕਰੂ ਹੁੰਦਾ, ਉਹਨੂੰ ਮੈਂ ਸੌਰੀ ਦੱਸਣਾ ਭੁੱਲ ਗਿਆ ਤੁਹਾਨੂੰ ਕਿ ਉਹਨੂੰ ਜਦੋਂ ਅਸੀਂ ਸਕਰੂ ਨੂੰ ਟਾਈਟ ਕਰਦੇ ਹਾਂ ਜਾਂ ਲੂਜ਼ ਕਰਦੇ ਹਾਂ, ਉਹਦੇ ਨਾਲ ਕੀ ਆ ਆਰਮੇਚਰ ਦੀ ਜਿਹੜੀ ਪੋਜੀਸ਼ਨ ਹੈ ਉਹ ਉੱਪਰ ਜਾਂ ਨੀਚੇ ਆ ਜਾਂਦੀ ਹੈ। ਜੇ ਫਸਟ ਤਾਂ ਅਸੀਂ ਠੀਕ ਹੈ ਜੀ। ਇਹਦੇ ਉੱਪਰ ਜਿਹੜੀ ਵਾਸ਼ਲ ਨੇ ਫਾਈਬਰ ਦੀਆਂ ਉਹ ਲਗਾ ਕੇ ਦੀ, ਜਾਂ ਜੇ ਇਹਨੂੰ ਉੱਚਾ ਨੀਵਾਂ ਕਰਨਾ ਤਾਂ ਵਾਸ਼ਲ ਪਾ ਕੇ ਜਾਂ ਅਸੀਂ ਇਹ ਤੋਂ ਹਟਾ ਕੇ ਚੇਂਜ ਕਰ ਸਕਦੇ ਹਾਂ ਪੋਜੀਸ਼ਨ। ਤੇ ਜੇ ਫਿਰ ਵੀ ਚੇਂਜ ਨਹੀਂ ਹੁੰਦਾ ਤਾਂ ਇਹਦੇ ਨੀਚੇ ਇੱਕ ਜਿਹੜੇ ਮੇਨ ਨੀਚੇ ਵਾਲਾ ਜਿਹੜਾ ਇਹਦਾ ਕਵਰ ਆ, ਜਿਹੜਾ ਨੀਚੇ ਵਾਲਾ ਬੈਕ ਕਵਰ ਆ, ਤਾਂ ਉਹਦੇ ਨੀਚੇ ਇੱਕ ਐਡਜਸਟਮੈਂਟ ਦਿੱਤੀ ਹੁੰਦੀ ਆ। ਉਹਦੇ ਨਾਲ ਅਸੀਂ ਆਰਮੇਚਰ ਨੂੰ ਨੀਚੇ ਜਾਂ ਉੱਪਰ ਕਰ ਸਕਦੇ ਹੈਗੇ ਆ। ਇਹ ਵੀ ਤੁਸੀਂ ਕਰ ਸਕਦੇ। ਠੀਕ ਜੀ ਠੀਕ ਹੈ ਜੀ। ਤੇ ਜਿਹੜੀ ਸਪੈਨਰ ਸੀਗੀ ਖੋਲਣ ਵਾਲੀ ਉਹਦਾ ਨਾਮ ਕੀ ਆ ਜੀ? ਇਹ ਸਪੈਨਰ ਸਪੈਸ਼ਲ ਹੈਗਾ ਜਿਹੜਾ ਬਣਾਇਆ ਹੈਗਾ, ਇਹਦੇ ਵਿੱਚ ਕੱਟ ਲਗਾਇਆ ਉਸੇ ਕੀ ਨਾਮ ਹੈ ਦੇ। ਜੀ? ਕੀ ਨਾਮ ਹੈ ਜੀ? ਉਹਦੇ ਅਕੋਰਡਿੰਗ ਬਣਾਇਆ ਹੈਗਾ, ਸਪੈਸ਼ਲੀ ਇਹ ਵਾਲਾ ਕੱਟ ਜਿਸ ਤਰ੍ਹਾਂ ਉਹਦੇ ਵਿੱਚ ਦਿੱਤਾ ਹੁੰਦਾ ਉਹਦੇ 'ਚ ਬਣਾਇਆ। ਨਾਮ ਤਾਂ ਚਲੋ ਕਈ ਚੀਜ਼ਾਂ ਆਪਾਂ ਨੂੰ ਤਿਆਰ ਕਰਨੀਆਂ ਪੈ ਜਾਂਦੀਆਂ ਸਪੈਸ਼ਲ। ਅੱਛਾ ਠੀਕ ਹੈ, ਜੀ। ਸੈਂਟਰ ਦੇ ਵਿੱਚ ਕੱਟ ਲਗਾਇਆ ਜਿਹੜੀ ਉਹਦੀ Okay. ਸ਼ਾਫਟ ਨੂੰ ਕਵਰ ਕਰਦਾ ਹੈਗਾ। ਹਾਂਜੀ, ਹਾਂ, ਬਹੁਤ ਵਧੀਆ ਸਰ ਜੀ, ਸਮਝੋ ਬਹੁਤ ਜਾਂਦੀ। ਓਕੇ, ਥੈਂਕ ਯੂ ਵੈਰੀ ਮਚ। ਹਾਂਜੀ ਓਕੇ। ਇਸ ਤੋਂ ਇਲਾਵਾ ਕੋਈ ਕੁਐਸਚਨ ਹੋਵੇ ਤਾਂ ਪੁੱਛ ਸਕਦੇ ਹੋ। Sir, this class will come on NIMI channel or not? ਨਿਮੀ ਚੈਨਲ ਤੇ ਹੀ ਹੈ ਜੀ। ਇਸ ਪ੍ਰੈਕਟੀਕਲ ਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਸਾਡਾ ਜਿਹੜਾ ਬੱਚੇ ਕਾਫੀ ਲੰਬੇ ਸਮੇਂ ਤੋਂ ਥਿਊਰੀ ਦੇ ਜਿਹੜੇ ਪੜ੍ਹ ਰਹੇ ਹੈਗੇ ਆ, ਲੈਕਚਰ ਲਗਾ ਰਹੇ ਹੈਗੇ, ਅਪਲਾਈਂਸਿਸ ਦੇ ਵੀ ਅਸੀਂ ਕੀਤੇ ਹੋਏ ਸੀਗੇ। ਔਰ ਹੁਣ ਅਸੀਂ ਜਿਹੜਾ ਪ੍ਰੈਕਟੀਕਲ ਕੀਤਾ ਹੈਗੇ ਆ, ਔਰ ਜਿਹੜੇ ਹੋਮ ਅਪਲਾਈਂਸਿਸ ਨੇ
ਕਿ ਉਹਦੇ ਵਿੱਚ ਅਸੀਂ ਜਿਹੜੇ ਆਪਣੇ ਘਰ ਦੇ ਵੀ ਜਿਹੜੇ ਅਪਲਾਈਐਂਸਿਸ ਠੀਕ ਕਰ ਸਕਦੇ ਹਾਂ, ਔਰ ਜਿਹੜੇ ਬੱਚਿਆਂ ਦੀ ਮੇਨ ਫੀਲਡ ਹੈ, ਕਿਉਂਕਿ ਸਾਡੇ ਜਿਹੜੇ ITI ਦੇ ਬੱਚੇ ਨੇ ਉਹ ਸਵੈ ਰੁਜ਼ਗਾਰ ਉਹਨਾਂ ਲਈ ਹੋ ਜਾਂਦਾ ਹੈ ਕਿ ਉਹ ਬੱਚੇ ਆਪਣਾ ਜਿਸ ਤਰ੍ਹਾਂ 2 ਸਾਲ ਦਾ ਕੋਰਸ ਜਾਂ 1 ਸਾਲ ਦਾ ਕਰਕੇ ਆਪਣਾ ਕੰਮ ਕਰ ਸਕਦੇ ਆ। ਤਾਂ ਉਹਦੇ ਵਿੱਚ ਉਹਨਾਂ ਕੋਲ ਸਕਿੱਲ ਹੋਣੀ ਚਾਹੀਦੀ ਹੈ ਕਿ ਉਹ ਪ੍ਰੈਕਟੀਕਲ ਵਰਕ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ, ਔਰ ਉਸਨੂੰ ਕਿਸ ਤਰ੍ਹਾਂ ਰਿਪੇਅਰ ਕਰ ਸਕਦੇ ਆ, ਠੀਕ ਕਿਸ ਤਰ੍ਹਾਂ ਕਰ ਸਕਦੇ ਆ, ਤੇ ਉਹ ਆਪਣਾ ਕੰਮ ਵਧੀਆ ਤਰੀਕੇ ਨਾਲ ਚਲਾ ਸਕਦੇ ਆ। ਤਾਂ ਉਹਦੇ ਵਿੱਚ ਕੁਝ ਥੋੜ੍ਹੀਆਂ ਗੱਲਾਂ ਆ ਜਾਂਦੀਆਂ ਨੇ। ਕਈ ਵਾਰ ਅਸੀਂ ਇੱਕ ਕਹਿ ਲਓ ਕਿ ਨਟ ਸਾਨੂੰ ਖੋਲ੍ਹਣ ਦਾ ਜੇ ਪ੍ਰੋਪਰ ਉਹਦੇ ਵਿੱਚ ਜੇ ਪਰੇਸ਼ਾਨੀ ਆ ਰਹੀ ਹੈ, ਸਾਨੂੰ ਸਮਝ ਨਹੀਂ ਲੱਗ ਰਹੀ ਕਿ ਖੁੱਲ੍ਹਣਾ ਕਿਸ ਤਰ੍ਹਾਂ, ਤੇ ਅਸੀਂ ਕਈ ਵਾਰ ਕੋਸ਼ਿਸ਼ ਹੀ ਨਹੀਂ ਕਰਦੇ ਤੇ ਉਸ ਤੋਂ ਸਿੱਖਣਾ ਵੀ ਛੱਡ ਦਿੰਦੇ ਹੈਗੇ ਆ। ਤਾਂ ਇਸ ਦੇ ਵਿੱਚ ਕੁਝ ਚੀਜ਼ਾਂ ਅਸੀਂ ਤਿਆਰ ਕੀਤੀਆਂ ਨੇ, ਟੂਲਸ ਨੇ ਤਿਆਰ ਕੀਤੇ ਹੈਗੇ, ਤੇ ਉਹਦੇ ਲਈ ਜਿਹੜੇ ਹੈਗੇ ਆ ਸਾਨੂੰ ਆਸਾਨ ਹੋ ਜਾਂਦਾ, ਸਾਨੂੰ ਜਿਹੜਾ ਕੰਮ ਕਰਨਾ ਇਹ ਮੇਰੀ ਪੈਨ ਲੈ ਲਈਏ ਕਿ ਆਪ ਕਰਨ ਦੀ? ਇਹ ਬਣਾ ਵੀ ਸਕਦੇ ਹੋ ਤੁਸੀਂ, ਕੋਈ ਬਹੁਤਾ ਔਖਾ ਨਹੀਂ ਹੈਗਾ ਇਹਦਾ। ਜਿੱਥੇ ਮਰਜ਼ੀ ਪ੍ਰੈਸ ਹੋ ਸਕਦੀ ਕਿ ਨਹੀਂ ਜੀ? ਹਾਂਜੀ ਜਿੱਥੋਂ ਮਰਜ਼ੀ ਲੈ ਸਕਦੇ ਚਾਬੀ? ਹਾਂਜੀ ਬਿਲਕੁਲ। ਓਕੇ ਜੀ, ਥੈਂਕ ਯੂ। ਕਿਉਂਕਿ ਆਪਾਂ ਟੈਕਨੀਕਲ ਫੀਲਡ ਵਾਲੇ ਆ, ਔਰ ਕਈ ਵਾਰ ਇਹ ਹੁੰਦਾ ਕਿ ਸਾਡੇ ਕੋਲ ITI ਸਾਡੇ ਇਕੱਲੇ ਇਲੈਕਟ੍ਰੀਸ਼ੀਅਨ ਨਹੀਂ ਹੈ, ਸਾਡੇ ਨਜ਼ਦੀਕ ਬਹੁਤ ਸਾਰੇ ਸਾਥੀ ਦੇ ਜਿਹੜੇ ਅਲੱਗ-ਅਲੱਗ ਟ੍ਰੇਡਸ ਨੇ, ਔਰ ਅਸੀਂ ਫਿਟਰ ਦੀ ਵੀ ਮਦਦ ਲੈ ਸਕਦੇ ਆ। ਕਿਉਂਕਿ ਫਿਟਰ ਦਾ ਕੰਮ ਹੀ ਸਾਨੂੰ ਜਿਹੜੀ ਡਾਈ ਤਿਆਰ ਕਰਕੇ ਦੇਣਾ ਜਾਂ ਕੋਈ ਸਾਈਜ਼ ਤਿਆਰ ਕਰਕੇ ਦੇਣਾ ਹੁੰਦਾ। ਇਸ ਤਰ੍ਹਾਂ ਅਸੀਂ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਵੀ ਜਿਹੜੀ ਜ਼ਰੂਰਤ ਆ ਉਹ ਪੂਰੀ ਕਰ ਸਕਦੇ ਹੈਗੇ। ਠੀਕ ਹੈ ਜੀ, ਥੈਂਕ ਯੂ ਜੀ। ਓਕੇ, ਵੈਲਕਮ। ਦਵਿੰਦਰ ਸਰ, ਬਹੁਤ ਜੀ। ਬੜੀਆ ਲੈਕਚਰ ਸੀ ਸਰ ਤੁਹਾਡਾ। ਥੈਂਕ ਯੂ ਵੈਰੀ ਮਚ ਸਰ। ਤੁਸੀਂ ਬੜਾ ਡਿਟੇਲ ਚ ਸਮਝਾਇਆ ਜੀ, ਥੈਂਕ ਯੂ ਵੈਰੀ ਮਚ। ਮੇਰਾ ਜੀ। ਕੁਐਸਚਨ ਤਾਂ ਕੋਈ ਆ ਨਹੀਂ ਰਿਹਾ, तो अगली मीटिंग भी ਆਪਾਂ ਸ਼ੁਰੂ ਕਰਨੀ ਹੈ। ਜੀ ਸਰ। ਥੈਂਕ ਯੂ ਵੈਰੀ ਮਚ ਸਰ, ਸੋ Okay, ਨਾਈਸ sir. ਟੂ ਯੂ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ ਬਹੁਤ ਧੰਨਵਾਦ। Okay, thank you, sir. ਵੈਲਕਮ।